ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ਾਮ ਅਜੀਜ਼ੁਲ ਨਵਾਜ਼ ਗਨੀਮੁਲ ਖਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੀ ਮਿਹਰਮਤ ਸਦਕਾ ਸੋਦਰ ਚੌਂਕੀ ਦੇ ਕੀਰਤਨ ਹਰ ਕੀਰਤ ਹਮਰੀ ਰਹਿ ਰਾਸ ਆਰਤੀ ਅਰਦਾਸ ਤੇ ਫਿਰ ਸਾਹਿਬ ਜੀ ਦੇ ਹੁਕਮਨਾਮੇ ਆਪ ਨੇ ਸਰਵਣ ਕੀਤੇ ਹਨ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਜੋ ਸਾਹਿਬ ਜੀ ਨੇ ਬੇਨਤੀ ਰੂਪ ਵਿੱਚ ਸ਼ਬਦ ਉਚਾਰਨ ਕੀਤਾ ਝੋਲੀ 'ਚ ਪਾਏ ਹਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵੀ ਹੈ। ਅੱਜ ਦੇ ਦਿਨ 1661 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪੂਰਨ ਹੋਈ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਵਰ ਦੇ ਅੰਮ੍ਰਿਤ ਬੋਲਾਂ ਦਾ ਮਹਾਨ ਖਜ਼ਾਨਾ ਮਹਾਨ ਭੰਡਾਰ ਲੈ ਕੇ ਆਏ ਨੇ। ਉਸ ਨੂੰ ਮੁਕੰਮਲਤਾ ਪ੍ਰਾਪਤ ਹੋਈ, ਭਗਤ ਜਨਾਂ ਦੀ ਬਾਣੀ ਦਰਜ ਹੋਈ, ਭੱਟ ਜਨਾਂ ਦੇ ਗੁਰੂ ਮਹਿਮਾ ਵਿੱਚ ਅਦਭੁਤ ਆਸ਼ਚਰਜ ਬੋਲ ਦਰਜ ਹੋਏ ਔਰ ਅੱਜ ਦੇ ਦਿਨ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਨਸੀਬ ਹੋਈ। ਇਸ ਨੂੰ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਕਹਿੰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ, ਅੱਜ ਦੇ ਦਿਨ ਆਪ ਜੀ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦੇ ਚਰਨਾਂ 'ਚ ਲੱਗੀਆਂ ਹਨ। ਗੁਰੂਦੇਵ ਮਹਾਰਾਜ ਜੀ ਦੀ ਮਿਹਰ ਸਦਕਾ ਕੁਝ ਸਮਾਂ ਹੋਰ ਗੁਰੂ ਇਤਿਹਾਸ ਵਿਚਾਰ ਰਾਹੀਂ ਗੁਰੂ ਦੀਦਾਰ ਦੀ ਝਲਕ ਪ੍ਰਾਪਤ ਹੋਵੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਮੇਰੀਆਂ ਪੀਰੀਆਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਣੇ ਪਿਆਰ ਸਹਿਤ ਪ੍ਰੇਮ ਸਹਿਤ ਸਰਵਣ ਕੀਤਾ ਕਿ ਜਿਸ ਮਹਾਨ ਬ੍ਰਹਮ ਗਿਆਨੀ ਹਿਰਦੇ ਨੂੰ ਸਾਹਿਬ ਜੀ ਨੇ ਆਪਣਾ ਹਿਰਦਾ ਹੋਣ ਦਾ ਅਲੌਕਿਕ ਪਾਰਲੌਕਿਕ ਸਨਮਾਨ ਦੇ ਕੇ
ਇਹ ਬੋਲ ਕਹਿੰਦੇ ਹੋਏ ਨਿਵਾਜਿਆ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਜੀ ਸਤਿਗੁਰੂ ਪਾਤਸ਼ਾਹ ਜੀ ਦੀਆਂ ਸੰਗਤਾਂ ਜੋ ਕਾਬਲ ਤੋਂ ਮਹਾਰਾਜ ਜੀ ਦੀ ਸਵਾਰੀ ਲਈ ਇੰਤਹਾ ਉੱਤਮ ਸ਼੍ਰੇਣੀ ਦਾ ਘੋੜਾ ਲੈ ਕੇ ਆਏ ਸਨ, ਉਹ ਰਸਤੇ 'ਚ ਖੋਹ ਲਿਆ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਸਾਡੇ ਕੋਲੋਂ ਆਪ ਜੀ ਵਾਸਤੇ ਲਿਆਂਦਾ ਹੋਇਆ ਘੋੜਾ ਖੋਹ ਲਿਆ ਹੈ। ਸਾਹਿਬ ਜੀ ਨੇ ਮਿਹਰ ਕੀਤੀ, ਬਾਬਾ ਬਿਧੀ ਚੰਦ ਜੀ ਕਸੇਰੇ ਦਾ ਰੂਪ ਧਾਰ ਕੇ ਘਾਹ ਖੋਤਰਨ ਵਾਲਾ ਬਣ ਕੇ ਘੋੜੇ ਦੀ ਸੇਵਾ ਇਸ ਤਰ੍ਹਾਂ ਜਾ ਕੇ ਕਰਦੇ ਨੇ ਜਿਵੇਂ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹੋ। ਘੋੜੇ ਦੀ ਮਾਲਿਸ਼ ਕਰਦੇ ਨੇ, ਘੋੜੇ ਨੂੰ ਘਾਹ ਪਾਉਂਦੇ ਨੇ, ਘੋੜੇ ਨੂੰ ਫਿਰਾਉਂਦੇ ਤਿਰਾਉਂਦੇ ਨੇ। ਹੁਣ ਤੇ ਘੋੜੇ ਨੂੰ ਹੀ ਬਾਬਾ ਬਹਾਦਰ ਬਿਧੀ ਚੰਦ ਜੀ ਵਿੱਚੋਂ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਿੱਧਰ ਬਾਬਾ ਬਿਧੀ ਚੰਦ ਜੀ ਇਸ਼ਾਰਾ ਕਰਦੇ ਨੇ ਘੋੜਾ ਉਧਰ ਨੂੰ ਹੀ ਚੱਲਦਾ। ਜਿਸ ਤਰ੍ਹਾਂ ਉਹ ਪ੍ਰੇਰਦੇ ਨੇ ਉਸ ਤਰ੍ਹਾਂ ਘੋੜਾ ਪਿੱਛੇ ਪਿੱਛੇ ਉਹਨਾਂ ਦੇ ਚੱਲਦਾ ਹੈ, ਔਰ ਇੰਝ ਲੱਗਦਾ ਹੈ ਘੋੜੇ ਨੂੰ ਜਿਵੇਂ ਬਾਲਕ ਆਪਣੀ ਮਾਂ ਦੇ ਪਿੱਛੇ ਚੱਲਦਾ ਹੋਵੇ। ਅਸਲੀਅਤ ਇਹ ਬਣ ਗਈ, ਘੋੜੇ ਦੀ ਸੇਵਾ ਬਿਨਾਂ ਬਾਬਾ ਬਿਧੀ ਚੰਦ ਵੀ ਨਹੀਂ ਰਹਿ ਸਕਦੇ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਦਰਸ਼ਨ ਬਿਨਾਂ ਘੋੜਾ ਵੀ ਨਹੀਂ ਰਹਿ ਸਕਦਾ। ਇਸ ਤਰ੍ਹਾਂ ਕਸ਼ਿਸ਼ ਬਣ ਗਈ। ਫਿਰ ਇੱਕ ਦਿਨ ਘੋੜੇ ਦੇ ਕੰਨ ਵਿੱਚ ਬਾਬਾ ਬਿਧੀ ਚੰਦ ਜੀ ਨੇ ਆਖਿਆ, ਚਲੋ ਹੁਣ ਉਸ ਦੇ ਕੋਲ ਚੱਲਦੇ ਹਾਂ ਜਿਸ ਵਾਸਤੇ ਤੁਹਾਨੂੰ ਲਿਆਂਦਾ ਗਿਆ ਹੈ, ਜਿਹੜਾ ਤੁਹਾਡੀ ਸਵਾਰੀ ਕਰਨ ਦੇ ਕਾਬਲ ਹੈ, ਉਹਨਾਂ ਦੇ ਕੋਲ ਤੁਹਾਨੂੰ ਲੈ ਕੇ ਚੱਲਦੇ ਹਾਂ। ਬਹਾਦਰ ਬਾਬਾ ਬਿਧੀ ਚੰਦ ਪਹਿਲੇ ਕੁਝ ਇਸ ਤਰ੍ਹਾਂ ਦੀ ਆਵਾਜ਼ ਕਿਲੇ ਤੋਂ ਵੱਡਾ ਪੱਥਰ ਦਰਿਆ ਵਿੱਚ ਗਿਰਾ ਕੇ ਪਾਣੀ ਦੀ ਪੈਦਾ ਕਰਦੇ ਰਹੇ ਕਿ ਜਿਸ ਦਿਨ ਘੋੜਾ ਛਲਾਂਗ ਲਗਾਵੇ ਆਵਾਜ਼ ਸੁਣ ਕੇ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਤਰ੍ਹਾਂ ਦੇ ਨਾਲ ਘੋੜੇ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਵੀ ਛਲਾਂਗ ਲਗਾਈ ਤੇ ਘੋੜਾ ਲੈ ਕੇ ਸਤਿਗੁਰੂ ਜੀ ਕੋਲ ਆ ਪਹੁੰਚੇ। ਮਹਾਰਾਜ ਬੜੇ ਪ੍ਰਸੰਨ ਹੋਏ ਨੇ ਤੇ ਪਿੱਛੋਂ ਰੌਲਾ ਪੈ ਗਿਆ, ਸ਼ਾਹ ਬਾਦਸ਼ਾਹ ਕਹਿ ਲਓ, ਨਵਾਬ ਕਹਿ ਲਓ, ਹਾਕਮ ਕਹਿ ਲਓ। ਹਾਕਮ ਵੀ ਉਹਨਾਂ ਦਿਨਾਂ ਵਿੱਚ ਆਪਣੇ ਆਪ ਨੂੰ ਬਾਦਸ਼ਾਹ ਨਾਲੋਂ ਘੱਟ ਨਹੀਂ ਸਮਝਦੇ ਸਨ, ਜਿਵੇਂ ਮੈਂ ਹੀ ਸ਼ਹਿਨਸ਼ਾਹ ਹਾਂ ਇਸ ਤਰ੍ਹਾਂ ਸਮਝਦੇ ਸਨ। ਪਿੱਛੇ ਰੌਲਾ ਪੈ ਗਿਆ ਵੀ ਘੋੜਾ ਗਿਆ ਕਿੱਥੇ ਹੈ। ਖੋਜ ਖੁਰਾ ਲੱਭਣ ਵਾਲੇ ਬੁਲਾਏ ਗਏ, ਜਿਹੜੇ ਘੋੜੇ ਦੇ ਪਸ਼ੂ ਦੇ ਪੈਰਾਂ ਦੀ ਪੈੜ ਨੱਪ ਲੈਂਦੇ ਨੇ ਔਰ ਪਤਾ ਲੱਗ ਜਾਂਦਾ ਇੱਥੇ ਗਿਆ। ਘੋੜੇ ਦੇ ਪੈਰਾਂ ਦੀ ਪੈੜ ਕਿਲੇ ਦੀ ਦੀਵਾਰ ਤੱਕ ਆ ਰਹੀ ਸੀ, ਅੱਗੇ ਨਹੀਂ ਦਿਖਦੀ ਸੀ। ਖੋਜੀ ਬਾਰ-ਬਾਰ ਦੀਵਾਰ ਵੱਲ ਦੇਖਦਾ ਹੈ ਵੀ ਘੋੜਾ ਦੀਵਾਰ ਤੇ ਚੜ੍ਹ ਗਿਆ, ਕਿੱਥੇ ਗਿਆ ਘੋੜਾ। ਪਿੱਛੇ ਮੁੜਦੇ ਦੀ ਪੈੜ ਨਹੀਂ ਹੈ, ਅੱਗੇ ਜਾਂਦੇ ਦੇ ਨਿਸ਼ਾਨ ਦਿਖਾਈ ਨਹੀਂ ਪੈਂਦੇ। ਘੋੜਾ ਅਸਮਾਨ ਵਿੱਚ ਪਰ ਲਗਾ ਕੇ ਉੱਡ ਗਿਆ ਕਿ ਪਾਤਾਲ ਵਿੱਚ ਧੱਸ ਗਿਆ। ਕੋਈ ਫਰਿਸ਼ਤੇ ਆ ਕੇ ਘੋੜੇ ਨੂੰ ਉਠਾ ਕੇ ਲੈ ਗਏ ਨੇ। ਜੇ ਕਿਤੇ ਅੱਜ ਦਾ ਜ਼ਮਾਨਾ ਹੁੰਦਾ ਤੇ ਅਖਬਾਰਾਂ ਵਾਲਿਆਂ ਨੇ ਖਬਰ ਛਾਪ ਦੇਣੀ ਸੀ ਬਈ ਆਕਾਸ਼ ਵਿੱਚੋਂ ਏਲੀਅਨਸ ਦਾ ਜਹਾਜ਼ ਸ਼ਿਪ ਆਇਆ ਤੇ ਉਹ ਘੋੜੇ ਨੂੰ ਲੈ ਗਿਆ, ਸਭ ਪਾਸੇ ਖਬਰ ਇਹ ਹੋਣੀ ਸੀ। ਪਰ ਚੂँਕਿ ਉਹਨਾਂ ਦਿਨਾਂ ਵਿੱਚ ਲੋਕਾਂ ਨੂੰ ਏਲੀਅਨਸ ਬਾਰੇ ਕੋਈ ਪਤਾ ਨਹੀਂ ਸੀ, ਉਹਨਾਂ ਦੀ ਸਪੇਸ ਸ਼ਿਪ ਬਾਰੇ ਪਤਾ ਨਹੀਂ ਸੀ, ਇਸ ਲਈ ਉਹ ਕਹਿੰਦੇ ਨੇ ਵੀ ਜਾਂ ਤਾਂ ਫਰਿਸ਼ਤੇ ਘੋੜੇ ਨੂੰ ਉਡਾ ਕੇ ਲੈ ਗਏ ਨੇ ਜਾਂ ਪਤਾਲ 'ਚ ਚਲਾ ਗਿਆ। ਦੀਵਾਰ 'ਤੇ ਤਾਂ ਘੋੜਾ ਚੜ੍ਹ ਨਹੀਂ ਸਕਦਾ। ਇਹ ਹੋਇਆ ਕੀ? ਇਸ ਤਰ੍ਹਾਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ। ਆਖਿਰ ਜਦ ਬਾਰ-ਬਾਰ
इसने पूछया बई हाथ हार परे जब साह बुलाए। सब तरह नाल खोजी, खोज करके हार गए ते इन्हां नूं शाह ने बुलाया। कहो कहाँ तुरंग उठाए, दसो तो सही घोड़ा किवें चुक्या गया। कोई घोड़े नूं चुक के लै गया ते लोकी हसदे भी ने ते कहंदे ने जहाँ पना हो कोई छोटा जिहा खरगोश थोड़ी सी भी हिल चुक के लै गई। वो तो भारा दोहरा वजनी ताकतवर घोड़ा सी, उसनूं कौन उठा के लै जाएगा। हार परे जब साह बुलाए, कहो कहाँ तुरंग उठाए। और इस तरह दे नाल कहो कहाँ मत मैं तुम लियाए, पायो खोज के न किस थाए। तुसी किसे थां खोजिया भी है कि नहीं खोजिया। किमले गमनियो असव अस बिस्मय, किस तरह दे नाल कोई इस तरह घोड़ा उड़ा के लै गया। सारे बड़े हैरान हो रहे ने। हाथ जोर कर सबन सुनाई, हजरत जी कुछ लखी न जाए। आख्या हजरत ऐ शहनशाह ऐ आली जा, ऐ जहाँ पना कुछ समझ नहीं आती भी की कौतक वरत्या है। सच जानना जदों गुरु का कोई कौतक वरतदा है ना, कोई करिश्मा नाजल होंदा है, उस वेले वड्डियां वड्डियां दी समझ जवाब दे दिंदी, कहंदे होया कि पता नहीं चले। इसलिए साहिब कहंदे ने सतगुरु जी तो सदके जाना चाहिए। बलिहारी गुर आपणे देवहाड़ी सदवार, जिन मानस ते देवते किए करत न लागी बार। उन्होंने बनाउंदियां ते समय नहीं लगता। हुणे आप देखो कोई माड़ा जिहा किधरे तस्वीर बदल दी बनाउणी होवे ना, बड़ा टाइम लगता। पहले उस तरह की स्याही लभनी पेगी, फिर उस तरह का पोर्ट्रेट बनाउण लई पेपर लभना पेगा, फिर ब्रश लभने पैणगे, फिर पानी की मिकदार रंग विच किन्नी होवे, ऑयल पेंट होवे, वो सब लभना पेगा। तो फिर हो सकता है बदल फिर भी ना बने। तो जे बदल की तस्वीर बन भी जाए, ये बदल बरसेगा कितों, बरसन वाला नहीं होता। इस बदल की तस्वीर बनाया कोई बरसात नहीं आती। जिवें सूरज की तस्वीर बनाउण लई बड़े रंग चाहिए ने, कागज़ चाहिए ने, ब्रश चाहिए ने, फिर तस्वीर टंगण लई कोई दीवार भी चाहिए है। तो फिर तस्वीर नाल दिन थोड़ी निकलेगा, फिर रात ही रहेगी। पर पार ब्रह्म परमेश्वर बरसण वाले बदल एक पल विच बना देंदा। जिन मानस ते देवते किए करत न लागी बार। उसदे घर समा नहीं है। कुछ लोकी गलत कहते ने बई गुरु दे घर देर है अंधेर नहीं। देर कोई है ही नहीं, ते देर ही ते अंधेर है, होर अंधेर केड़ा। जे सूरज निकलण विच देरी हो जाए, वही अंधेरे का कारण है। गुरु दे घर विच कोई देर नहीं है। ऐ कर करे सो ऐ कर पाए। बिल्कुल जो जो कहे ठाकुर पै सेवक, तत्काल होए आवे देर नहीं। झटपट खेड वरत जाती है। और इस तरह दे नाल सारे हैरान ने, घोड़ा गया किथे, कौन लै गया। पाताल निकल गया, आसमान खा गया, किधर गया घोड़ा। फिर सारे कहन लगे जेड़े बुलाए सन, हजरत सानू कुछ समझ नहीं आई। ले फरेश्ते गए आसमान, कै पताल प्रवस्यो इस थान। कोई शायद आसमान तो फरिश्ते आए ने, वो घोड़े नूं लै गए। तो या फिर इत्थे ही घोड़ा पताल चला गया, तो कोई खड्डा भी दिखाई नहीं पै रहा जिथों दी गया। इसलिए मत कुंद हो गई है, तो पता नहीं चलता कि की खेड वरती है। ये आपने सरवण किया। अगली विचार सरवण करिए पेशतर। एक बारी गज के सारे आखो धन गुरु हरगोबिंद साहिब जी महाराज। एक बारी फिर आखो जी
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਏਕ ਅਕਲ ਮੈਂ ਆਵਹਿ ਔਰ। ਫਿਰ ਸਾਰੇ ਮਿਲ ਕੇ ਕਹਿਣ ਲੱਗੇ ਵੀ ਇੱਕ ਗੱਲ ਹੋਰ ਸਾਡੇ ਧਿਆਨ ਵਿੱਚ ਆ ਰਹੀ ਹੈ। ਨਿਕਸਿਓ ਨਹੀਂ ਤੁਰੰਗਮ ਪੋਰ। ਜਿਹੜਾ ਘੋੜਾ ਹੈ ਇਹ ਦਰਵਾਜ਼ੇ ਥਾਣੀ ਵੀ ਨਹੀਂ ਨਿਕਲਿਆ, ਉਧਰ ਵੀ ਕੋਈ ਪੈਰਾਂ ਦੇ ਨਿਸ਼ਾਨ, ਕੋਈ ਉਹਨਾਂ ਦੀ ਪੈੜ ਨਹੀਂ ਦਿਖਾਈ ਪੈ ਰਹੀ। ਤਿਸ ਦਰਿਆਉ ਦੁਰਗ ਦੀਵਾਰ। ਤੇ ਦਰਿਆ ਵਾਲੇ ਪਾਸੇ ਘੋੜੇ ਦੇ ਕਿਲੇ ਦੀ ਬਹੁਤ ਮਜ਼ਬੂਤ ਤੇ ਉੱਚੀ ਦੀਵਾਰ ਤੇ ਵੀ ਨਹੀਂ ਚੜ ਸਕਦਾ। ਲਾਗੇ ਲਾਗੇ ਕੋਈ ਪੌੜੀ ਵੀ ਨਹੀਂ ਹੈਗੀ। ਹੋਏ ਅਸਵਾਰ ਕਰਾਏ ਵਿਚਾਰ। ਜਾਂ ਫਿਰ ਹੋ ਸਕਦਾ ਹੈ ਕਿਸੇ ਨੇ ਘੋੜੇ ਤੇ ਸਵਾਰ ਹੋ ਕੇ ਤੇ ਛਾਲ ਮਰਵਾ ਦਿੱਤੀ, ਦਰਿਆ ਵਿੱਚ ਘੋੜਾ ਛਾਲ ਮਾਰ ਗਿਆ ਹੋਵੇਗਾ। ਪਰ ਜਿਹੜਾ ਬਾਦਸ਼ਾਹ ਜਿਹਨੂੰ ਕਹਿ ਰਹੇ ਹਨ ਉਹ ਕਹਿੰਦਾ ਬਈ ਛਾਲ ਮਾਰ ਕੇ ਘੋੜੇ ਨੇ ਮਰਨਾ ਇੱਥੇ ਤੋਂ ਜੇ ਚਟਾਨ ਗਿਰਾਈਏ ਤੇ ਉਹ ਚੂਰ ਚੂਰ ਹੋ ਜਾਏਗੀ, ਘੋੜਾ ਕਿਤੇ ਬਚ ਸਕਦਾ। ਇਸ ਤਰ੍ਹਾਂ ਕਈ ਗੱਲਾਂ ਤੇ ਵਿਚਾਰ ਕਈ ਪੱਖਾਂ ਤੋਂ ਕਰ ਰਹੇ ਹਨ। ਨੀਰ ਨੀਰਹੀ ਸਰਤਾ ਮਾਹੇ। ਇਸ ਦਰਿਆ ਵਿੱਚ ਪਾਣੀ ਹੀ ਪਾਣੀ ਹੈ, ਗਹਿਰਾ ਪਾਣੀ ਹੈ। ਲੈ ਗਮਨਿਓ ਕੋ ਤਸਕਰ ਤਾਹੇ। ਫਿਰ ਹੋ ਸਕਦਾ ਹੈ ਕੋਈ ਚੋਰ ਹੋਵੇ ਤੇ ਉਹ ਘੋੜੇ ਨੂੰ ਛਾਲ ਮਰਵਾ ਕੇ ਲੈ ਗਿਆ। ਪਰ ਨਾਲ ਫਿਰ ਇਹ ਵੀ ਕਹਿੰਦੇ ਨੇ ਬਈ ਘੋੜੇ ਨੂੰ ਛਾਲ ਮਰਵਾਈ, ਆਪ ਕਿਵੇਂ ਬਚਿਆ ਹੋਇਆ। ਇਸ ਤਰ੍ਹਾਂ ਫਿਰ ਉਹਨਾਂ ਦੀ ਮੱਤ ਮਹਾਰਾਜ ਜੀ ਦੀ ਕਿਸੇ ਕਲਾ ਕਰਕੇ ਦੂਜੇ ਪਾਸੇ ਚੱਲ ਪੈਂਦੀ ਹੈ। ਹੋਰ ਭੇਬ ਕੋ ਲਖਿਓ ਨਾ ਜਾਈ। ਇਸ ਤੋਂ ਹੋਰ ਜ਼ਿਆਦਾ ਗੱਲ ਕੋਈ ਸਮਝ ਨਹੀਂ ਆ ਰਹੀ ਵੀ ਕੀ ਹੋਇਆ ਹੈ ਘੋੜੇ ਨਾਲ। ਹਾਰੇ ਬੁੱਧ ਕੋ ਕਰ ਸਮੁਦਾਈ। ਬਹੁਤ ਸਾਰੇ ਆਪਣੀ ਆਪਣੀ ਬੁੱਧੀ ਲੜਾ ਕੇ ਨਾ ਹਾਰ ਗਏ ਨੇ, ਵੀ ਸਮਝ ਨਹੀਂ ਆ ਰਹੀ ਕੀ ਪਾਣਾ ਵਰਤਿਆ, ਕਿੱਧਰ ਘੋੜਾ ਜਿਹੜਾ ਉਹ ਅਲੋਪ ਹੋ ਗਿਆ ਹੈ। ਸੁਣ ਕੈ ਕੇਤਕ ਬਾਤ ਹਟਾਈ। ਔਰ ਇਸ ਤਰ੍ਹਾਂ ਕਈਆਂ ਨੇ ਸੁਣ ਕੇ ਗੱਲ ਜਿਹੜੀ ਹੈ ਪਾਸੇ ਕਰ ਦਿੱਤੀ, ਬਹੁਤਾ ਧਿਆਨ ਨਹੀਂ ਦਿੱਤਾ। ਤੀਰਗ ਦੁਰਗ ਦੀਵਾਰ ਉਚਾਈ। ਕਿਉਂਕਿ ਕਿਲੇ ਦੀ ਦੀਵਾਰ ਬੜੀ ਉੱਚੀ ਹੈ, ਉੱਥੇ ਬੰਦਾ ਪੌੜੀ ਲਾ ਕੇ ਨਹੀਂ ਚੜ ਸਕਦਾ, ਤੇ ਘੋੜਾ ਕਿਹੜੀ ਪੌੜੀ ਲਾ ਕੇ ਚੜਿਆ ਹੋਵੇਗਾ। ਇਸ ਤਰ੍ਹਾਂ ਗੱਲ ਆਈ ਗਈ, ਕਈਆਂ ਨੇ ਕਰ ਦਿੱਤੀ। ਨੀਰਗ ਹੀਰ ਅਗਾਰੀ ਫੇਰ। ਫਿਰ ਬਹੁਤ ਗਹਿਰਾ ਅੱਗੇ ਪਾਣੀ ਹੈ। ਕੋ ਤਸ ਕਰ ਇਮ ਹੋਏ ਦਿਲੇਰ। ਔਰ ਇਸ ਤਰ੍ਹਾਂ ਦਾ ਕਿਹੜਾ ਕੋਈ ਚੋਰ ਦਲੇਰ ਹੋਵੇਗਾ ਵੀ ਕਿਲੇ ਦੀ ਦੀਵਾਰ ਘੋੜੇ ਨੂੰ ਟਪਾ ਕੇ ਤੇ ਪਾਣੀ ਵਿੱਚ ਡੁੱਬਣ ਬਾਰੇ ਸੋਚਦਾ ਹੋਵੇ। ਅਨਬਨ ਹੈ ਮਨ ਲਗੈ ਨ ਕੈਸੇ। ਇਹ ਸਾਰੀ ਗੱਲ ਅਟਪਟੀ ਹੈ ਤੇ ਮਨ ਨਹੀਂ ਮੰਨਦਾ ਇਸ ਗੱਲ ਨੂੰ। ਹੈ ਕਿ ਪੰਖ ਲਗੇ ਹੋਏ ਜੈਸੇ। ਇਸ ਤਰ੍ਹਾਂ ਲੱਗਦਾ ਵੀ ਘੋੜੇ ਨੂੰ ਪੰਖ ਨਿਕਲ ਆਏ ਨੇ ਤੇ ਕਿਤੇ ਅਸਮਾਨਾਂ 'ਚ ਹੀ ਉਡਾਰੀ ਮਾਰ ਗਿਆ ਹੈ। ਅਪਰ ਕਹਾਂ ਲਗ ਕਹੂੰ ਬਣਾਈ। ਹੋਰ ਭਾਈ ਸਾਹਿਬ ਕਹਿੰਦੇ ਨੇ ਕਿੱਥੋਂ ਤੱਕ ਮੈਂ ਵਿਚਾਰ ਨੂੰ ਲਿਖ ਕੇ ਬਣਾ ਕੇ ਸੁਣਾਵਾਂ। ਇਤਿਆਦਿਕ ਬਹੁ ਅਕਲ ਦ੍ਰਿੜਾਈ। ਇਤਿਆਦਿਕ ਕਈ ਉਦਾਹਰਣਾਂ ਕਈਆਂ ਨੇ ਦੇ ਦਿੱਤੀਆਂ ਵੀ ਇਸ ਤਰ੍ਹਾਂ ਹੋ ਗਿਆ ਹੋਵੇਗਾ, ਇਸ ਤਰ੍ਹਾਂ ਹੋ ਗਿਆ ਹੋਵੇਗਾ। ਔਰ ਸਾਰਿਆਂ ਦਾ ਫਿਰ ਦਿਮਾਗ ਇੱਥੇ ਆ ਜਾਂਦਾ ਵੀ ਹੋ ਨਹੀਂ ਸਕਦਾ। ਸੁਣ ਕੈ ਸਾਹੂ ਕਹਿਓ ਸਭ ਸੰਗ। ਇਸ ਤਰ੍ਹਾਂ ਸ਼ਾਹ ਨੇ ਫਿਰ ਸਾਰਿਆਂ ਨੂੰ ਇਹ ਗੱਲ ਆਖੀ ਸੁਣ ਕੇ ਜਿਉ ਕਿਉ ਖੋਜਨ ਕਰਹੁ ਤੁਰੰਗ। ਆਖਣ ਲੱਗਾ ਵੀ ਜੋ ਮਰਜ਼ੀ ਹੋਵੇ, ਭਾਵੇਂ ਪਤਾਲ 'ਚ ਜਾਓ, ਅਸਮਾਨ 'ਚ ਜਾਓ, ਦਰਿਆ 'ਚ ਛਾਲ ਮਾਰੋ ਜਾਂ ਖੰਭ ਲਗਾ ਕੇ ਉੱਡ ਜਾਓ, ਮੇਰਾ ਘੋੜਾ ਜਿਵੇਂ ਕਿਵੇਂ ਹੋਵੇ ਲੱਭ ਕੇ ਲਿਆਓ। ਰਮਲੀ ਗਣਕ ਸਕੁਨ ਤੇ ਆਦ। ਰਮਲ ਵਿਦਿਆ ਵਾਲੇ ਜਿਹੜੇ ਲੋਕ ਨੇ, ਜਿਹੜੇ ਦੱਸਦੇ ਸਨ ਵੀ ਇਸ ਤਰ੍ਹਾਂ ਕਰਨ ਨਾਲ ਇਹ ਹੋ ਜਾਂਦਾ। ਇੱਕ ਅਰਬ ਦੇਸ਼ ਵਿੱਚੋਂ ਆਈ ਹੋਈ ਜੋਤਿਸ਼ ਨਜ਼ੂਮੀ ਵਿਦਿਆ ਇਸ ਨੂੰ ਕਹਿੰਦੇ। ਗਣਕ ਜੋਤਸ਼ੀਆਂ ਨੂੰ ਕਹਿੰਦੇ ਨੇ, ਸ਼ਕੁਨ ਕਹਿੰਦੇ ਨੇ, ਜਿਹੜੇ ਪੰਛੀਆਂ ਦੀ ਆਵਾਜ਼, ਪੰਛੀਆਂ ਦੀ ਚਾਲ ਆਦਿਕ ਦੇਖ ਕੇ ਭਵਿੱਖ ਦੱਸਦੇ ਸਨ ਵੀ ਇਹ ਪੰਛੀ ਇਹ ਬੋਲਦਾ, ਇਹਦਾ ਮਤਲਬ ਇਹ ਹੋਵੇਗਾ, ਇਹ ਪੰਛੀ ਇੱਧਰ ਨੂੰ ਜਾ ਰਿਹਾ, ਇਹਦਾ ਮਤਲਬ ਇਹ ਹੋਵੇ।
ਇਹ ਗੱਲ ਵੱਖਰੀ ਹੈ ਵੀ ਪੰਛੀ ਵਿਚਾਰੇ ਨੂੰ ਪਤਾ ਵੀ ਨਹੀਂ ਵੀ ਮੇਰੇ ਪੈਰ ਕੋਈ ਗਿਣਦਾ ਪਿਆ, ਬਸ ਐਵੇਂ ਅਨੁਮਾਨ ਜਿਹੇ ਲਗਾਉਂਦੇ ਨੇ ਵੀ ਇਹ ਹੋਵੇਗਾ। ਫਿਰ ਇਸੇ ਸ਼ਕੁਨ ਨੂੰ ਹੀ ਹੌਲੀ ਹੌਲੀ ਸ਼ਗਨ ਕਹਿਣ ਲੱਗ ਪਏ। ਕੱਕੇ ਦੀ ਜਗ੍ਹਾ ਗੱਗਾ ਅੱਖਰ ਵਰਤਿਆ ਜਾਣ ਲੱਗ ਪਿਆ ਤੇ ਸ਼ਗਨ ਅਪਸ਼ਗਨ ਕਹਿਣ ਲੱਗ ਪਏ ਵੀ ਇਹ ਸ਼ਗਨ ਹੈ, ਇਹ ਅਪਸ਼ਗਨ ਹੈ। ਹੁਣ ਖੋਤਾ ਇੱਧਰ ਨੂੰ ਗਿਆ, ਹੁਣ ਖੋਤਾ ਇਸ ਪਾਸੇ ਬੋਲਿਆ, ਹੁਣ ਬਿੱਲੀ ਰਾਹ ਕੱਟ ਗਈ ਹੈ। ਪਤਾ ਨਹੀਂ ਬਿੱਲੀ ਨੇ ਕਿਹੜਾ ਕੁਹਾੜਾ ਫੜਿਆ ਹੁੰਦਾ ਜਿਹੜੀ ਰਾਹ ਹੀ ਕੱਟ ਜਾਂਦੀ। ਬਿੱਲੀ ਵਿਚਾਰੀ ਕੋਲ ਖੁੜੇ ਕਿਹੜਾ ਬਹੁਤ ਵੱਡਾ ਫਾਵੜਾ ਕਈ ਫੜੀ ਹੁੰਦੀ ਵੀ ਰਾਹ ਹੀ ਕੱਟ ਜਾਂਦੀ, ਤੇ ਜੇ ਰਾਹ ਕੱਟ ਜਾਏ ਤੇ ਆਪ ਕਿੱਥੋਂ ਦੀ ਲੰਘੇ। ਇਹ ਸਭ ਸ਼ਗਨ ਅਪਸ਼ਗਨ। ਮਹਾਰਾਜ ਕਹਿੰਦੇ ਸ਼ਗਨ ਅਪਸ਼ਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਇਹ ਸਭ ਗੱਲਾਂ ਵਹਿਮ ਤੋਮਾਤ ਨੇ, ਲੋਕੀ ਐਵੇਂ ਹੀ ਡਰਦੇ ਨੇ, ਮਰਦੇ ਨੇ, ਕਰਦੇ। ਪਿੱਛੇ ਜਿਹੇ ਇੱਕ ਗੱਲ ਪੜ੍ਹਨ ਵਿੱਚ ਆਈ ਸੀ ਵੀ ਕਿਧਰੇ ਕਿਸੇ ਨੇ ਆਪਣੇ ਘਰ ਵਿੱਚ ਰੌਲਾ ਪਾ ਦਿੱਤਾ ਵੀ ਮੈਨੂੰ ਭੂਤ ਚੰਬੜ ਗਿਆ, ਭੂਤ ਚੰਬੜ ਗਿਆ। ਤੇ ਭੂਤ ਕੱਢਣ ਵਾਲਾ ਬੁਲਾਇਆ, ਕਹਿਣ ਲੱਗਾ ਵੀ ਭੂਤ ਤਾਂ ਵਾਕਈ ਬੜਾ ਵੱਡਾ ਚੰਬੜ ਗਿਆ। ਉਹ ਹੱਥ ਪੈਰ ਜ਼ਿਆਦਾ ਮਾਰ ਰਿਹਾ ਸੀ, ਜਿਹਨੂੰ ਭੂਤ ਚੰਬੜਿਆ ਸੀ ਨਾ, ਬੜੇ ਹੱਥ ਪੈਰ ਉੱਚੀ ਉੱਚੀ ਮਾਰੇ। ਤੇ ਉਹ ਜਿਹੜਾ ਕੋਈ ਸਿਆਣਾ ਬੁਲਾਇਆ ਸੀ ਕਹਿਣ ਲੱਗਾ ਵੀ ਭੂਤ ਦਾ ਬਹੁਤਾ ਹਿੱਸਾ ਹੱਥਾਂ 'ਚ ਵੜਿਆ ਹੋਇਆ, ਪੈਰਾਂ 'ਚ ਵੀ ਹੈਗਾ ਪਰ ਬਹੁਤਾ ਹੱਥਾਂ 'ਚ ਵੜਿਆ ਹੋਇਆ। ਇਸ ਲਈ ਆਪਾਂ ਹੱਥਾਂ ਦਾ ਹੀ ਇਲਾਜ ਕਰ ਦਿੰਦੇ ਹਾਂ। ਇੱਕ ਤੇਲ ਦਾ 2 ਲੀਟਰ ਮੰਗਾਓ ਤੇ ਚੰਗੀ ਤਰ੍ਹਾਂ ਉਬਾਲੋ ਤੇ ਇਹਦੇ ਦੋਵੇਂ ਹੱਥ ਤੇਲ 'ਚ ਪਾ ਦੇਣੇ। ਇਹਨੂੰ ਥੋੜ੍ਹੀ ਕੁਝ ਹੋਣਾ, ਭੂਤ ਦੇ ਹੱਥ ਸੜਨੇ ਨੇ। ਉਹ ਚੀਕਾਂ ਮਾਰ ਕੇ ਕਹਿਣ ਲੱਗਾ ਦਵਾਈ ਰੱਬ ਦੀ, ਮੈਨੂੰ ਕੋਈ ਭੂਤ ਨਹੀਂ ਚੰਬੜਿਆ, ਮੈਂ ਠੀਕ ਹੈਗਾ। ਕਹਿੰਦੇ ਇਹੀ ਤਾਂ ਅਸੀਂ ਸਮਝ ਰਹੇ ਸੀ ਬਈ ਠੀਕ ਹੋਏ। ਇਸ ਤਰ੍ਹਾਂ ਦਾ ਵਹਿਮ ਤੋਮਾਤ ਵੀ ਸਾਨੂੰ ਕਿਸੇ ਨੇ ਕਰ ਦਿੱਤਾ, ਸਾਨੂੰ ਕਿਸੇ ਨੇ ਖਵਾ ਦਿੱਤਾ, ਸਾਨੂੰ ਕਿਸੇ ਨੇ ਪਾ ਦਿੱਤਾ। ਇਹ ਬੜੇ ਵਹਿਮ ਚੱਲੇ ਹੋਏ ਨੇ ਦੁਨੀਆ 'ਤੇ ਲੋਕੀ ਐਵੇਂ ਹੀ ਠੱਗੇ ਜਾਂਦੇ। ਇਹ ਕੁਝ ਹੁੰਦਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਨਾਮ ਨਾ ਜਪੀਏ, ਸਭ ਤੋਂ ਵੱਡਾ ਬਦਸ਼ਗਨ ਇਹੀ। ਆਪਣੇ ਦਿਨ ਨੂੰ ਬਦਸ਼ਗਨਾ ਦਿਨ ਸਮਝ ਲਓ, ਜਿਸ ਦਿਨ ਦੀ ਸ਼ੁਰੂਆਤ ਨਿਤਨੇਮ ਤੋਂ ਬਿਨਾਂ ਹੋ ਜਾਏ, ਜਾਪ ਤੋਂ ਬਿਨਾਂ ਹੋ ਜਾਏ, ਅੰਮ੍ਰਿਤ ਵੇਲੇ ਨਾ ਜਾਗਿਆ ਜਾਏ, ਉਹ ਬਦਸ਼ਗਨਾ ਦਿਨ ਹੈ। ਤੇ ਸਭ ਤੋਂ ਮਹਾਨ ਸ਼ੁਭ ਸ਼ਗਨ ਵਾਲਾ ਦਿਨ ਉਹ ਸਮਝੋ ਜਿੱਦਣ ਅੰਮ੍ਰਿਤ ਵੇਲੇ ਜਾਗ ਆ ਜਾਏ, ਗੁਰੂ ਬਖਸ਼ੀਆਂ ਬਾਣੀਆਂ ਦਾ ਨਿਤਨੇਮ ਹੋ ਜਾਏ, ਘੜੀ 2 ਘੜੀ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਹੋ ਜਾਏ। ਉਹ ਸਭ ਤੋਂ ਪਵਿੱਤਰ ਦਿਨ ਹੈ, ਚੜ੍ਹਦੀ ਕਲਾ ਵਾਲਾ ਦਿਨ ਹੈ, ਆਨੰਦ ਪ੍ਰਦਾਨ ਕਰਨ ਵਾਲਾ ਦਿਨ ਹੈ। ਜਿਸ ਦਿਨ ਆਪਣੇ ਬੱਚਿਆਂ ਨੂੰ ਸ਼ਬਦ ਨਹੀਂ ਤੇ ਇੱਕ ਪੰਕਤੀ ਸਿਖਾ ਦਿਓ, ਉਹ ਦਿਨ ਚੰਗਾ ਹੈ। ਅੱਜ ਤੁਸੀਂ ਦੇਖਿਆ ਸਵੇਰੇ ਇੱਧਰ ਪੱਛਮ ਬੰਗਾਲ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ 'ਤੇ ਸਟੱਡੀ ਸਰਕਲ ਨਾਮ ਦੀ ਸੰਸਥਾ ਹੈ ਨੌਜਵਾਨਾਂ ਦੀ, ਕਿਤਨੇ ਹੀ ਬੱਚਿਆਂ ਨੂੰ ਬਾਣੀ ਦਾ ਕੀਰਤਨ ਸਿਖਾਇਆ, ਕਿਤਨੇ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ, ਦਸਤਾਰ ਸਜਾਉਣੀ ਸਿਖਾਈ, ਨਿਤਨੇਮ ਨਾਲ ਜੋੜਿਆ। ਉਹਨਾਂ ਵਿੱਚ ਭਾਈ ਗੁਰਿੰਦਰ ਸਿੰਘ ਜੀ ਨੇ ਨਿਆਮਤਪੁਰ ਵਾਲੇ, ਉਹ ਆਏ ਹੋਏ ਸਨ। ਹੋਰ ਸੈਂਟਰਲ ਕਮੇਟੀ ਪੱਛਮ ਬੰਗਾਲ ਕੋਈ 20-25 ਤੋਂ ਜ਼ਿਆਦਾ ਗੁਰਦੁਆਰੇ ਹਨ ਜਿਨ੍ਹਾਂ ਦੀ ਇੱਕ ਸੈਂਟਰਲ ਕਮੇਟੀ ਹੈ। ਮੁੱਖ ਸੇਵਾਦਾਰ ਭਾਈ ਜਗਦੀਸ਼ ਸਿੰਘ ਜੀ, ਦੁਰਗਾਪੁਰ ਵਾਲੇ ਭਾਈ ਤਰਸੇਮ ਸਿੰਘ ਜੀ, ਗਾਏ ਗੱਟੇ ਵਾਲੇ, ਇਹਨਾਂ ਸਾਰਿਆਂ ਨੇ ਮਿਹਨਤ ਕਰਕੇ ਤੇ ਬੱਚਿਆਂ ਨੂੰ ਬਾਣੀ ਨਾਲ ਜੋੜੇ। ਤੇ ਅੱਜ ਸਵੇਰੇ ਤਖਤ ਸਾਹਿਬ ਜੀ ਦੇ ਮੁੱਖ ਸੇਵਾਦਾਰ, ਜਨਰਲ ਸਕੱਤਰ, ਦਾਸ, ਸਾਰਿਆਂ ਨੇ ਮਿਲ ਕੇ ਮਹਾਰਾਜ ਜੀ ਦੀਆਂ ਅਸੀਸਾਂ ਸਿਰੋਂ ਪਾਓ ਉਹਨਾਂ ਨੂੰ ਪ੍ਰਦਾਨ ਕੀਤੇ। ਸਾਰੀ ਜ਼ਿੰਦਗੀ ਇਹਨਾਂ ਨੂੰ ਕੋਈ ਅਪਸ਼ਗਨ ਲੱਗ ਹੀ ਨਹੀਂ ਸਕਦਾ। ਕੋਈ ਨਜ਼ਰ ਤੰਤ ਮੰਤ ਨਾ ਜੋ ਆਈ ਤਿਤ ਚਾਖ ਨਾ ਲੱਗੇ, ਕੋਈ ਨਜ਼ਰ ਲੱਗ ਨਹੀਂ ਸਕਦੀ। ਪਰ ਇਹ ਸਾਰਾ ਕੁਝ ਉਹਨਾਂ ਨੂੰ ਲੱਗਦਾ ਹੈ ਜਿਹੜੇ ਨਾਮ ਨਾਲੋਂ ਟੁੱਟੇ ਹੋਏ। ਇਸ ਲਈ ਨਾਮ ਨਾਲ ਜੁੜਨਾ ਸਭ ਤੋਂ ਵੱਡਾ ਸ਼ੁਭ ਸ਼ਗਨ ਇਹੀ ਹੈ, ਤੇ ਨਾਮ ਨਾਲੋਂ ਟੁੱਟ ਜਾਣਾ ਸਭ ਤੋਂ ਵੱਡਾ ਬਦ ਸ਼ਗਨ ਇਹੀ, ਅਪਸ਼ਗਨ ਇਹੀ ਹੈ।
ਇਸ ਤਰ੍ਹਾਂ ਕਹਿੰਦੇ ਨੇ ਵੀ ਪਤਾ ਨਹੀਂ ਕੀ ਹੋਇਆ। ਇਹ ਸ਼ਕੁਨ ਜਿਹੜੇ ਪੰਛੀਆਂ ਦਾ ਚੱਲਣਾ ਫਿਰਨਾ, ਆਵਾਜ਼ ਆਦਿਕ ਦਾ ਹਿਸਾਬ ਕਿਤਾਬ ਲਾ ਕੇ, ਗਿਣਤੀਆਂ ਮਿਣਤੀਆਂ ਕਰਕੇ, ਰਮਲ ਵਿਦਿਆ ਕਰਕੇ ਜਿਹੜੇ ਹਿਸਾਬ ਕਿਤਾਬ ਲਾਉਂਦੇ ਨੇ, ਆਖਣ ਲੱਗਾ ਉਹਨਾਂ ਨੂੰ ਬੁਲਾਓ, ਉਹ ਦੱਸਣਗੇ ਘੋੜਾ ਕਿੱਧਰ ਗਿਆ ਹੈ। ਜਿਨ ਪੁਰਖਨ ਕੋ ਵਿਦਿਆ ਯਾਦ, ਜਿਨ੍ਹਾਂ ਸਿਆਣੇ ਪੁਰਖਾਂ ਨੂੰ ਇਹ ਵਿਦਿਆ, ਰਮਲ ਵਿਦਿਆ, ਜੋਤਿਸ਼ ਵਿਦਿਆ ਤੇ ਪੰਛੀਆਂ ਦੇ ਬੋਲਣ ਦੀ ਵਿਦਿਆ ਆਉਂਦੀ ਹੈ, ਦੇਸ ਵਿਦੇਸਣ ਤੇ ਚਲ ਆਵੈ। ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਬੁਲਾ ਕੇ ਲਿਆਓ, ਤੇ ਅਕਸਰ ਆਉਂਦੇ ਰਹਿੰਦੇ ਹਨ। ਤਿਨ ਬੂਝੋ ਬਿਦ ਜਥਾ ਬਤਾਵੈ, ਔਰ ਉਹਨਾਂ ਨੂੰ ਪੁੱਛਣਾ ਕਰੋ, ਫਿਰ ਉਹ ਜਿਸ ਤਰ੍ਹਾਂ ਦੱਸਣ। ਜਹ ਕਹਤੇ ਸੁਧ ਕੋ ਮੰਗਵਾਵਹੁ, ਜਿੱਥੇ ਕਿੱਥੇ ਹੋਵਣੇ ਖਬਰ ਮੰਗਾਓ, ਤੇ ਉਹਨਾਂ ਕੋਲੋਂ ਪੁੱਛ ਕੇ ਘੋੜਾ ਕਿੱਥੇ ਹੈ ਇਹ ਪਤਾ ਮੰਗਵਾਵੋ। ਸਭ ਸੂਬਨ ਪਰ ਲਿਖਿਓ ਪਠਾਵਹੁ, ਸਾਰਿਆਂ ਸੂਬਿਆਂ ਨੂੰ ਲਿਖ ਕੇ ਭੇਜ ਦੇਵੋ। ਬਹੁਤਾ ਗੀਤ ਕਨ ਇਮ ਸਾਹੂ, ਇਸ ਤਰ੍ਹਾਂ ਬਹੁਤ ਤਾਕੀਦ ਕਰਕੇ ਬਾਦਸ਼ਾਹ ਨੇ ਖੋਜ ਕਰਤ ਪੇ ਦੇਸਨ ਮਾਹੂ, ਵੱਖ-ਵੱਖ ਇਲਾਕਿਆਂ ਵਿੱਚ, ਵੱਖ-ਵੱਖ ਰਿਆਸਤਾਂ ਵਿੱਚ, ਦੇਸ਼ਾਂ ਵਿੱਚ ਘੋੜੇ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ, ਲੱਭਣਾ ਸ਼ੁਰੂ ਕਰ ਦਿੱਤਾ। ਕਹਿਓ ਦਰੋਗੇ ਕਹਾਂ ਕਸੇਰਾ, ਤੇ ਜਿਹੜਾ ਦਰੋਗਾ ਸੀ ਨਾ ਕਿਲੇਦਾਰ, ਉਸਨੇ ਕਿਹਾ ਭਾਈ ਉਹ ਕਸੇਰਾ ਕਿੱਥੇ ਹੈਗਾ। ਕਸੇਰਾ ਮਤਲਬ ਘਾਹ ਖੋਤਰਨ ਵਾਲਾ। ਬਾਬਾ ਬਿਧੀ ਚੰਦ ਬਹਾਦਰ ਬ੍ਰਹਮ ਗਿਆਨੀ ਪੁਰਸ਼, ਗੁਰੂ ਕਾ ਸੀਨਾ, ਆਦ ਜੁਗਾਦ ਦਾ ਨਿਵਾਜਿਆ ਹੋਇਆ ਹਿਰਦਾ, ਨਿਰਵਾਣਤਾ ਦੇਖੋ ਸਤਿਗੁਰੂ ਜੀ ਦਾ ਘਾਹ ਖੋਤਰਨ ਵਾਲਾ ਬਣ ਗਿਆ। ਇਹ ਨਹੀਂ ਕਿਹਾ ਵੀ ਇਹ ਤਾਂ ਕੰਮ ਆਮ ਲੋਕਾਂ ਦਾ, ਮੈਂ ਕਿਉਂ ਕਰਾਂ, ਮੈਂ ਤਾਂ ਮਹਾਰਾਜ ਦੇ ਸੀਨੇ ਨਾਲ ਲੱਗ ਗਿਆ, ਇਹ ਕੰਮ ਕਰਦਿਆਂ ਮੈਨੂੰ ਲੋਕੀ ਘਾਈ ਕਹਿਣਗੇ, ਮੈਂ ਨੀਵਾਂ ਹੋ ਜਾਵਾਂਗਾ, ਘੋੜੇ ਨਾਲ ਫਿਰਦਾ ਰਵਾਂ। ਪਰ ਉਹਨਾਂ ਨੇ ਆਪਣੇ ਧਨ ਭਾਗ ਜਾਣੇ ਵੀ ਸਤਿਗੁਰੂ ਜੀ ਦਾ ਘੋੜਾ, ਸਤਿਗੁਰੂ ਜੀ ਦੇ ਘੋੜੇ ਨੂੰ ਘਾਹ ਪਾਉਣਾ, ਇਹ ਸੇਵਾ ਬਣ ਗਈ, ਘੋੜੇ ਨੂੰ ਘਾਹ ਪਾਉਣਾ। ਔਰ ਇਸ ਤਰ੍ਹਾਂ ਉਹ ਮਹਾਨ ਗੁਰਸਿੱਖ, ਮਹਾਨ ਪਵਿੱਤਰ ਆਤਮਾ ਕਸੇਰਾ ਬਣ ਕੇ ਸੇਵਾ ਵਿੱਚ ਲੱਗੇ ਹੋਏ। ਤੇ ਦਰੋਗਾ ਕਿਲਾ ਕਹਿਣ ਲੱਗਾ ਵੀ ਉਹ ਕਿੱਥੇ, ਘਾਹ ਖੋਤਰਨ ਵਾਲਾ ਘਾਈ ਨਹਦੀ ਖਤ ਕਿਤਹੂ ਇਸ ਬੇਰਾ, ਉਹ ਕਿਤੇ ਦਿਖਾਈ ਨਹੀਂ ਪੈ ਰਿਹਾ। ਉਹਦਾ ਸ਼ੱਕ ਗਿਆ ਇਸ ਪਾਸੇ, ਸਭ ਦਾਸਨ ਫਿਰ ਇਤ ਉਤ ਦੇਖਾ, ਸਾਰੇ ਉਹਦੇ ਅਧੀਨ ਸੇਵਕਾਂ ਨੇ ਇੱਧਰ ਉੱਧਰ ਫਿਰ ਕੇ ਦੇਖਿਆ, ਨਹਿ ਪਾਇਓ ਤਬ ਕਰਤ ਪਰੇਖਾ। ਔਰ ਇਸ ਤਰ੍ਹਾਂ ਦੇ ਨਾਲ ਜਦ ਨਹੀਂ ਮਿਲੇ, ਬਾਬਾ ਬਹਾਦਰ ਬਿਧੀ ਚੰਦ ਜੀ ਫਿਰ ਕਿਆਸ ਲਗਾਇਆ, ਅਨੁਮਾਨ ਲਗਾਉਣ ਲੱਗੇ। ਹੋਰਾ ਗਇਓ ਪ੍ਰਥਮ ਤਿਨ ਜਾਨਾ, ਆਖਣ ਲੱਗੇ ਵੀ ਸਭ ਤੋਂ ਪਹਿਲਾਂ ਘੋੜਾ ਚਲਾ ਗਿਆ ਏ, ਬਾਬਾ ਬਿਧੀ ਚੰਦ ਨੂੰ ਹੀ ਪਤਾ ਲੱਗਿਆ ਹੋਣਾ। ਉਹਨਾਂ ਦਾ ਨਾਮ ਤਾਂ ਨਹੀਂ ਨਾ ਕਿਸੇ ਨੂੰ ਪਤਾ, ਬਈ ਘਾਹ ਵਾਲੇ ਸੇਵਕ ਨੂੰ ਪਤਾ ਲੱਗਿਆ ਹੋਣਾ ਸਭ ਤੋਂ ਪਹਿਲਾਂ, ਕਿਉਂਕਿ ਨੇੜੇ ਉਹੀ ਸੀ। ਉਹਨੇ ਸਭ ਤੋਂ ਪਹਿਲਾਂ ਜਾਣ ਲਿਆ, ਪਤਾ ਚੱਲ ਗਿਆ ਵੀ ਘੋੜਾ ਚਲਾ ਗਿਆ ਹੈ। ਪਰ ਇਹ ਨਹੀਂ ਪਤਾ ਕਿ ਘੋੜਾ ਲੈ ਕੇ ਹੀ ਹੋ ਗਏ, ਤੇ ਇਹ ਵੀ ਨਹੀਂ ਪਤਾ ਵੀ ਜਿਹੜਾ ਘੋੜੇ ਦਾ ਅਸਲ ਮਾਲਕ ਉਹਦੇ ਕੋਲ ਲੈ ਕੇ ਗਏ। ਇਸ ਲਈ ਕਹਿੰਦੇ ਨੇ ਵੀ ਹੋ ਸਕਦਾ ਸਾਡੇ ਸਭ ਤੋਂ ਪਹਿਲਾਂ ਉਹ ਘਾਹ ਖੋਤਰਨ ਵਾਲੇ ਸੇਵਕ ਨੂੰ ਪਤਾ ਲੱਗ ਗਿਆ ਹੋਵੇ। ਤੁਮ ਤੇ ਅਧਿਕ ਤਰਾਸ ਕੋ ਮਾਨਾ, ਇਹ ਦਰੋਗਾ ਜੀ ਤੁਹਾਡੇ ਕੋਲੋਂ ਡਰ ਗਿਆ ਹੋਵੇ। ਗਰੀਬ ਘਾਈ ਸੀ, ਆਮ ਗਰੀਬਾਂ ਵਾਲੇ ਕੱਪੜੇ ਵੀ ਉਹਨੇ ਪਾਏ ਹੋਏ ਸਨ ਬਾਬਾ ਬਿਧੀ ਚੰਦ ਜੀ ਨੇ, ਉਹ ਪੂਰਾ ਲਿਬਾਸ ਬਣਾਇਆ, ਇਸ ਲਈ ਤੁਹਾਡੇ ਭੈ ਕਰਕੇ ਉਹ ਡਰ ਗਿਆ ਹੋਵੇਗਾ। ਮੁਝ ਤੇ ਭਈ ਨਾ ਹੈ ਤਕਰਾਈ, ਔਰ ਇਸ ਤਰ੍ਹਾਂ ਦੇ ਨਾਲ ਉਹਨੇ ਸੋਚਿਆ ਹੋਵੇਗਾ ਵੀ ਮੈਂ ਚੰਗੀ ਤਰ੍ਹਾਂ ਘੋੜੇ ਦਾ ਖਿਆਲ ਨਹੀਂ ਰੱਖ ਸਕਿਆ ਤੇ ਘੋੜਾ ਚੋਰੀ ਹੋ ਗਿਆ। ਹੱਥ ਹੈ ਦਰੋਗਾ ਗਇਓ ਪਲਾਈ, ਦਰੋਗਾ ਸਾਹਿਬ ਉਹ ਤੁਹਾਡੀ ਮਾਰ ਤੋਂ ਡਰਦਿਆਂ ਲੱਗਦਾ ਦੌੜ ਗਿਆ। ਮਹਾਰਾਜ ਬੁੱਧ ਬਦਲ ਦਿੰਦੇ ਨਾ। ਦਰੋਗਾ ਜੀ ਤੁਹਾਡੀ ਮਾਰ ਤੋਂ, ਤੁਹਾਡੀ ਪੁੱਛਗਿੱਛ ਤੋਂ ਡਰਦਾ ਉਹ ਘਾਹ ਪੁੱਟਣ ਵਾਲਾ, ਘਾਹ ਖੋਤਰਨ ਵਾਲਾ ਸੇਵਕ ਘੋੜੇ ਦਾ ਦੌੜ ਗਿਆ ਹੈ। ਸਭ ਕੀ ਮਤ ਸਤਿਗੁਰ ਵਿੱਚ ਲਾਈ। ਦੇਖੋ ਬਚਨ ਆ ਗਿਆ, ਭਾਈ ਸਾਹਿਬ ਕਹਿੰਦੇ ਨੇ ਸਾਰਿਆਂ ਦੀ ਮਤ
ਗੁਰੂ ਸਾਹਿਬ ਨੇ ਵਿਚਲਿਤ ਕਰ ਦਿੱਤੀ। ਉਹਨਾਂ ਦਾ ਖਿਆਲ ਧੰਨ ਧੰਨ ਬਹਾਦਰ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਵੱਲ ਜਾ ਹੀ ਨਹੀਂ ਰਿਹਾ ਹੈ ਕਿ ਸੁਧ ਕਿਸ ਬਿਦ ਨਹਿ ਪਾਈ। ਕਿਸੇ ਨੂੰ ਵੀ ਕਿਸੇ ਤਰੀਕੇ ਨਾਲ ਵੀ ਘੋੜੇ ਦੀ ਖਬਰ ਨਹੀਂ ਮਿਲ ਰਹੀ, ਪਤਾ ਨਹੀਂ ਚੱਲ ਰਿਹਾ, ਕੋਈ ਕਲੂ ਹੈ ਹੀ ਨਹੀਂ ਜਿੱਥੋਂ ਪਤਾ ਚੱਲ ਜਾਵੇ। ਇਤ ਸ੍ਰੀ ਹਰਗੋਬਿੰਦ ਆਨੰਦੇ। ਇੱਧਰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਆਨੰਦ ਵਿੱਚ। ਮਹਾਰਾਜ ਜੀ ਦਾ ਇਹ ਆਨੰਦ ਸਾਨੂੰ ਵੀ ਪ੍ਰਾਪਤ ਹੋ ਜਾਏ, ਇਸ ਲਈ ਸਾਰੇ ਇੱਕ ਦਫਾ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਸ੍ਰੀ ਹਰਗੋਬਿੰਦ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਵਿਖ ਹੈ ਤੁਰੰਗਮ ਬਲੀ ਬਿਲੰਦੇ। ਸਾਹਿਬ ਸੱਚੇ ਪਾਤਸ਼ਾਹ ਦੇਖ ਰਹੇ ਹਨ ਬਈ ਬਹੁਤ ਬਲੀ ਉੱਚਾ ਤੇ ਲੰਮੀ ਬੇਲ ਦਾ ਘੋੜਾ ਹੈ। ਬਿਧੀ ਚੰਦ ਤੇ ਗਾਥਾ ਸੁਨ ਸੁਨ। ਤੇ ਨਾਲੇ ਜਿਵੇਂ ਬਿਧੀ ਚੰਦ ਜੀ ਨੇ ਘਾਈ ਦਾ ਰੂਪ ਧਾਰਨ ਕੀਤਾ, ਕਿਲੇ ਵਿੱਚ ਪ੍ਰਵੇਸ਼ ਕੀਤਾ, ਸਾਰਿਆਂ ਨੂੰ ਆਪਣਾ ਕਾਇਲ ਬਣਾਇਆ, ਫਿਰ ਘੋੜਾ ਖੋਲ੍ਹਿਆ, ਫਿਰ ਘੋੜੇ ਨਾਲ ਫਿਰਾਇਆ ਤੁਰਾਇਆ, ਘੋੜੇ ਨਾਲ ਪਿਆਰ ਪਾਇਆ ਤੇ ਫਿਰ ਦੀਵਾਰ ਤੇ ਚੜ੍ਹਾ ਕੇ ਦਰਿਆ ਵਿੱਚ ਕੁਦਾਇਆ। ਉਹ ਸਾਰਾ ਪ੍ਰਸੰਗ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੁਣ ਰਹੇ ਨੇ ਬਾਬਾ ਬਿਧੀ ਚੰਦ ਜੀ ਕੋਲ। ਬਾਬਾ ਬਿਧੀ ਚੰਦ ਜੀ ਰੁਕਦੇ ਨੇ ਤੇ ਸਾਹਿਬ ਕਹਿੰਦੇ ਨੇ ਬਾਬਾ ਬਿਧੀ ਚੰਦ ਜੀ ਹੋਰ ਅੱਗੇ ਸੁਣਾਓ, ਹੋਰ ਅੱਗੇ ਸੁਣਾਓ। ਇਸ ਤਰ੍ਹਾਂ ਉਹ ਸਾਰੀ ਗਾਥਾ ਮੁੜ ਮੁੜ ਸੁਣ ਰਹੇ ਹਨ। ਸਾਧ ਸਾਧਪਨ ਬੜ ਬੁੱਧ ਗੁਣ ਗੁਣ। ਔਰ ਇਸ ਤਰ੍ਹਾਂ ਮਹਾਰਾਜ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਨੇ, ਬਹੁਤ ਗੁਣੀ ਹੈ, ਬਹੁਤ ਬੁੱਧੀਮਾਨ ਹੋ ਤੁਸੀਂ ਬਿਧੀ ਚੰਦ ਜੀ। ਕਿਰਪਾ ਆਪ ਕੀ ਤੇ ਸਭ ਬੰਚੇ। ਬਾਬਾ ਬਿਧੀ ਚੰਦ ਜੀ ਵੀ ਬਹੁਤ ਸਿਆਣੇ ਗੁਰਸਿੱਖ ਨੇ, ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਰੀਫ ਕਰ ਰਹੇ ਨੇ ਨਾ, ਤੇ ਇਹ ਨਹੀਂ ਸੋਚਦੇ ਵੀ ਮੈਂ ਤਾਰੀਫ ਦੇ ਲਾਇਕ ਹਾਂ, ਇਹ ਸੋਚਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਤੁਸੀਂ ਕਲਾ ਵਰਤਾ ਦਿੱਤੀ, ਆਪ ਹੀ ਤੁਸੀਂ ਕੌਤਕ ਵਰਤਾ ਦਿੱਤਾ। ਤੁਹਾਡੀ ਕਿਰਪਾ ਨਾਲ ਹੀ ਸਾਰੇ ਦੇ ਸਾਰੇ ਜਿਹੜੇ ਹੈ ਸਨ ਨਾ, ਉਹ ਸਾਰੇ ਮੋਹੇ ਗਏ, ਉਹਨਾਂ ਸਾਰਿਆਂ ਦਾ ਮਨ ਮੋਹਿਆ ਗਿਆ ਤੇ ਉਹਨਾਂ ਨੂੰ ਸਮਝ ਨਹੀਂ ਆਈ ਵੀ ਕੀ ਕਰਨਾ। ਇਹ ਆਪ ਜੀ ਦੀ ਕਿਰਪਾ ਸਦਕਾ ਹੋਇਆ। ਮੂੜ ਪਏ ਲਖ ਭੇਵ ਨ ਰੰਚੇ। ਸਾਰੇ ਜਿਹੜੇ ਨੇ ਮਹਾਰਾਜ ਤੁਹਾਡੀ ਕਿਸੇ ਖੇਡ ਕਰਕੇ ਹੀ ਮੂੜਤਾ ਵਿੱਚ ਹੀ ਗਰਸੇ ਰਹੇ ਤੇ ਕੋਈ ਭੇਦ ਨਾ ਸਮਝ ਸਕੇ। ਆਪਣੀ ਵਸਤੂ ਆਪ ਅਨਵਾਈ। ਸੱਚੇ ਪਾਤਸ਼ਾਹ ਜੀ ਮੇਰਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ, ਤਿਲ ਮਾਤਰ ਵੀ ਮੇਰਾ ਆਪਣਾ ਕੋਈ ਬਲ ਨਹੀਂ, ਆਪਣੀ ਕੋਈ ਸਮਝ ਨਹੀਂ, ਆਪਣੀ ਕੋਈ ਵਿਧੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣਾ ਘੋੜਾ ਆਪ ਹੀ ਮੇਰੇ ਕੋਲੋਂ ਮਿਹਰ ਕਰਕੇ ਮੰਗਵਾ ਲਿਆ ਹੈ। ਦਾਸ ਜਾਨ ਮੁਝ ਦੇਹੁ ਵਡਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਆਪ ਜੀ ਦੀ ਵਡਿਆਈ ਹੈ। ਆਪਣਾ ਦਾਸ ਜਾਣਦੇ ਹੋ, ਪਤਾ ਹੈ ਆਪ ਜੀ ਨੂੰ ਕਿ ਮੈਂ ਆਪ ਜੀ ਦੇ ਦਾਸਾਂ ਦਾ ਵੀ ਦਾਸ ਹਾਂ, ਫਿਰ ਵੀ ਆਪ ਦਿਆਲੂ ਕਿਰਪਾਲੂ ਹੋ, ਵਡਿਆਈ ਦੇ ਰਹੇ ਹੋ। ਨਿਸਮਹਿ ਖਾਨ ਪਾਨ ਕਰ ਸੋਏ। ਇਸ ਤਰ੍ਹਾਂ ਰਾਤ ਨੂੰ ਫਿਰ ਭੋਜਨ ਆਦਿ ਕਰਕੇ ਆਰਾਮ ਕੀਤਾ। ਪੂਰਾ ਮਨੋਰਥ ਸੁਖ ਸੋ ਹੋਏ। ਬਹੁਤ ਸੋਹਣਾ ਮਨੋਰਥ ਸੁਖੀ ਸੰਦੀ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਪੂਰਾ ਹੋ ਗਿਆ, ਘੋੜਾ ਲੈ ਕੇ ਆਉਣ ਦਾ। ਜਾਮ ਜਾਮਨੀ ਰਹੀ ਸੋ ਜਾਗੇ। ਇਹ ਨਿਯਮ ਸਿੱਖ ਨੂੰ ਬਣਾ ਲੈਣਾ ਚਾਹੀਦਾ। ਹੁਣ ਆ ਵੱਡੀ ਗਿਣਤੀ ਵਿੱਚ ਮਹਾਰਾਜ ਜੀ ਦੇ ਅਜੀਮੁਲ ਸ਼ਾਨ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ, ਮਹਾਰਾਜ ਜੀ ਦੇ ਆਗਮਨ ਸਥਾਨ ਪਟਨਾ ਸਾਹਿਬ ਦੀਆਂ ਹਾਜ਼ਰੀਆਂ ਭਰ ਰਹੇ ਹੋ। ਤੁਸੀਂ ਜੋ ਜੋ ਮੰਗੋਗੇ ਮਿਲ ਜਾਣਾ ਹੈ, ਖਾਲੀ ਨਹੀਂ ਕੋਈ ਜਾਣਾ। ਝੋਲੀਆਂ ਤੁਹਾਡੀਆਂ ਮਹਾਰਾਜ ਨੇ ਭਰ ਕੇ ਜਾਣੀਆਂ। ਠੀਕ ਹੈ, ਪੁੱਤਰ ਨਹੀਂ ਪੁੱਤਰ ਮੰਗ ਲਵੋ, ਧਨ ਨਹੀਂ ਧਨ ਮੰਗ ਲਵੋ, ਸਿਹਤ ਨਹੀਂ ਸਿਹਤ ਮੰਗ ਲਵੋ, ਮਹਾਰਾਜ ਦੇਣਗੇ। ਪਰ ਇੱਕ ਚੀਜ਼ ਨਾਲ ਐਡ ਔਨ ਕਰ ਲਵੋ, ਇੱਕ ਨਾਲ ਚੀਜ਼ ਹੋਰ ਜੋੜ ਲਵੋ, ਸਤਿਗੁਰੂ ਜੀ ਕੋਲੋਂ ਅੰਮ੍ਰਿਤ ਵੇਲਾ ਵੀ ਮੰਗ ਲਵੋ। ਕਿ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਵੀ ਝੋਲੀ ਵਿੱਚ ਪਾ ਕੇ ਭੇਜੋ।
ਸੱਚੇ ਪਾਤਸ਼ਾਹ ਨਿਤਨੇਮ ਦੀ ਦਾਤ ਵੀ ਝੋਲੀ ਵਿੱਚ ਪਾ ਦਿਓ। ਸੱਚੇ ਪਾਤਸ਼ਾਹ ਜਾਪ ਦੀ ਦਾਤ ਵੀ ਝੋਲੀ 'ਚ ਪਾ ਦਿਓ। ਤੇ ਮਹਾਰਾਜ ਜਲਦੀ ਜਲਦੀ ਫਿਰ ਆਪਣੇ ਦਰਸ਼ਨ ਵੀ ਬਖਸ਼ੋ। ਇਹ ਦੋ ਚਾਰ ਚੀਜ਼ਾਂ ਮਹਾਰਾਜ ਕੋਲੋਂ ਆਪਣੀ ਝੋਲੀ 'ਚ ਹੋਰ ਵੀ ਪਵਾਓ ਵੀ ਮਹਾਰਾਜ ਬਾਕੀ ਸਭ ਕੁਝ ਵੀ ਦੇਵੋ ਪਰ ਨਾਲ ਆ ਵੀ ਦਿਓ। ਇਸ ਤੋਂ ਬਿਨਾਂ ਜੀਵਨ ਦੁੱਖ ਨਾਲ ਭਰਿਆ ਰਹਿੰਦਾ। ਬੜੇ ਸੋਹਣੇ ਦ੍ਰਿਸ਼ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੋਣ। ਤੁਹਾਨੂੰ ਕੋਈ ਦੱਸ ਰਿਹਾ ਹੋਵੇ ਵੀ ਝਰਨਾ ਵਗ ਰਿਹਾ, ਬੜੇ ਸੋਹਣੇ ਸੋਹਣੇ ਪਹਾੜ ਨੇ, ਫਲਾਵਰ ਵੈਲੀਜ਼ ਨੇ, ਫੁੱਲਾਂ ਦੇ ਨਾਲ ਭਰੇ ਹੋਏ ਪਹਾੜ ਨੇ, ਬੜੇ ਚਮਕ ਰਹੇ ਨੇ, ਰੰਗ ਬਰੰਗੇ ਪੰਛੀ ਨੇ। ਕੋਈ ਦੱਸਦਾ ਜਾਵੇ ਤੇ ਹਾਂ ਹਾਂ ਵੀ ਅਗਲਾ ਕਰੀ ਜਾਏ ਪਰ ਅੱਖਾਂ ਨਾ ਹੋਣ। ਉਸ ਵਾਸਤੇ ਤੇ ਸਭ ਕੁਝ ਜ਼ਾਇਆ ਹੀ ਹੈ। ਸਭ ਘਰ ਪਦਾਰਥਾਂ ਨਾਲ ਭਰਿਆ ਹੋਵੇ, ਰੰਗ ਰਾਜ ਹੋਵਣ, ਸਾਰੀਆਂ ਮਨ ਭਾਵੰਦੀਆਂ ਦਾਤਾਂ ਪ੍ਰਾਪਤ ਹੋਵਣ, ਪਰ ਨਾਮ ਨਾ ਹੋਵੇ ਤੇ ਸਮਝੋ ਖਿਲੇ ਹੋਏ ਬਗੀਚੇ 'ਚ ਖੜੇ ਆ ਪਰ ਅੱਖਾਂ ਕੋਈ ਨਹੀਂ। ਇਸ ਲਈ ਨਾਮ ਮਹਾਰਾਜ ਕੋਲੋਂ ਜ਼ਰੂਰ ਹੀ ਮੰਗੀਏ। ਆਖੀਏ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋਏ। ਮੰਗ ਲੈਣਾ ਚਾਹੀਦਾ। ਆਪਣੇ ਬਲ ਨਾਲ ਨਹੀਂ ਮਿਲਦਾ, ਇਹ ਆਪਣੀ ਸਮਰੱਥਾ ਨਾਲ ਨਹੀਂ ਮਿਲਦਾ, ਇਹ ਆਪਣੀ ਅਕੀਦਤ ਨਾਲ ਪ੍ਰਸਤਿਸ਼ ਨਾਲ ਨਹੀਂ ਮਿਲਦਾ। ਇਹ ਜਿਨ੍ਹਾਂ ਨੂੰ ਵੀ ਮਿਲਦਾ ਸਤਿਗੁਰੂ ਦੀ ਰਹਿਮਤ ਨਾਲ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਇਹ ਝੋਲੀ 'ਚ ਪਾ ਦਿਓ। ਸਾਰਿਆਂ ਨੂੰ ਇਹ ਮਿਲਿਆ ਹੋਇਆ। ਰਾਤ ਪਹਿਰ ਰਹਿੰਦੀ ਹੈ, ਜਾਮ ਜਾਮਣੀ ਰਹੇ ਸੋ ਜਾਗੇ। ਇੱਕ ਪਹਿਰ ਰਾਤ ਬਾਕੀ ਹੁੰਦੀ ਹੈ ਤੇ ਜਾਗਦੇ। ਇਹਦੇ ਲਈ ਸਾਧ ਸੰਗਤ ਥੋੜ੍ਹਾ ਜਿਹਾ ਪਰਹੇਜ਼ਗਾਰੀ ਵੀ ਚਾਹੀਦੀ ਹੈ ਵੀ ਪਹਿਲਾ ਪਹਿਰ ਪੂਰਾ ਹੋਣ ਤੋਂ ਪਹਿਲੇ ਸੌਂ ਜਾਓ ਤੇ ਤਾਂ ਹੀ ਆਖਰੀ ਪਹਿਰ ਜਾਗੋਗੇ ਨਾ। ਤੇ ਜੇ ਰਾਤ ਦੇ 2-2 ਵਜੇ ਤੱਕ ਆ ਫੇਸਬੁੱਕ ਹੀ ਨਾ ਮੁੱਕੀ, ਵਟਸਐਪ ਹੀ ਨਾ ਮੁੱਕਿਆ ਤੇ ਫਿਰ ਸਵੇਰੇ ਉੱਠਣਾ ਕਿਨੇ? ਫਿਰ ਤਾਂ ਸਭ ਕੁਝ ਹੀ ਗਿਆ। ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਦੇਰ ਨਾਲ ਸੌਣ ਲਈ ਮਜਬੂਰ ਕਰਦੀਆਂ ਨੇ ਉਹਨਾਂ ਦਾ ਸਵਿਚ ਆਫ ਕਰਿਆ ਕਰੋ ਤਾਂ ਨੀਂਦ ਆਏਗੀ। ਤੇ ਨੀਂਦ ਆਏਗੀ ਫਿਰ ਸਵੇਰੇ ਜਾਗ ਵੀ ਆਏਗੀ। ਤੇ ਜੇ ਸੌਣਾ ਹੀ ਨਹੀਂ ਤੇ ਸਵੇਰੇ ਆਖਿਆ ਜੀ ਕੋਈ ਗੱਲ ਨਹੀਂ, ਹੁਣ 2 ਵੱਜ ਗਏ ਨੇ, ਜਾਗਦੇ ਰਹੇ ਆ ਤੇ ਹੁਣ ਪਾਠ ਕਰਕੇ ਹੀ ਸੌਂਦੇ। ਚਲੋ ਗਨੀਮਤ ਹੈ ਸੋਚ, ਪਰ ਸਾਰੀ ਰਾਤ ਜਾਗ ਕੇ ਮੁੜ ਕੇ ਪਾਠ ਕਿਹਦੇ ਕੋਲੋਂ ਹੋਣਾ? ਫਿਰ ਪਤਾ ਨਹੀਂ ਲੱਗਣਾ ਗੁਟਕਾ ਵੀ ਹੱਥੋਂ ਕਦੋਂ ਡਿੱਗ ਪੈਣਾ ਤੇ ਬੈਠੇ ਬੈਠੇ ਹੀ ਸੌਂ ਜਾਣਾ। ਇਸ ਲਈ ਆਰਾਮ ਕਰਨ ਦਾ ਇੱਕ ਸਮਾਂ ਹੈਗਾ, ਤਾਂ ਅੰਮ੍ਰਿਤ ਵੇਲਾ ਪ੍ਰਾਪਤ ਹੋਵੇਗਾ। ਬਿਨਾਂ ਸੋਹਲੇ ਦਾ ਪਾਠ ਕੀਤੇ ਸੌਣ ਤੋਂ ਸਵੇਰੇ ਜਾਗ ਨਹੀਂ ਆਉਂਦੀ। ਜਿਵੇਂ ਥੋੜ੍ਹਾ ਜਿਹਾ ਦਹੀਂ ਪਾਇਆ, ਪੂਰਾ ਮਟਕਾ ਦਹੀਂ ਬਣ ਜਾਂਦਾ ਨਾ, ਇਸ ਤਰ੍ਹਾਂ ਥੋੜ੍ਹਾ ਜਿਹਾ ਮਹਾਰਾਜ ਜੀ ਨੇ ਸਮੇਂ ਦਾ ਇਹ ਪਾਠ, ਇਹ ਬਾਣੀ ਸੋਹਿਲਾ ਸਾਹਿਬ ਸਾਡੀ ਝੋਲੀ 'ਚ ਪਾਈ ਹੈ। ਇਹ ਜਾਗ ਲਗਾਉਣ ਵਾਂਗੂ ਹੈ, ਸਵੇਰੇ ਜਾਗ ਇਹਦੇ ਨਾਲ ਆ ਜਾਂਦੀ। ਜੇ ਸੋਹਿਲਾ ਸਾਹਿਬ ਨਾ ਕਰੀਏ ਫਿਰ ਸਵੇਰੇ ਜਾਗਣਾ ਨਹੀਂ ਆਉਂਦਾ। ਬਿਨਾਂ ਸੋਹਿਲਾ ਸਾਹਿਬ ਦਾ ਪਾਠ ਕਰਕੇ ਜਿਹੜੇ ਸੌਂਦੇ ਨੇ ਉਹਨਾਂ ਨੂੰ ਸਵੇਰੇ ਜਾਗਣਾ ਵੀ ਔਖਾ ਹੈ ਤੇ ਬਾਣੀ ਦਾ ਰਸ ਵੀ ਨਹੀਂ ਆਏਗਾ। ਇਸ ਲਈ ਫਿਰ ਸਵੇਰੇ ਨਿਤਨੇਮ ਦਾ ਫਲ ਸ਼ਾਮੀ ਸੰਧਿਆ ਵੇਲੇ ਰਹਿਰਾਸ ਦੀ ਬਾਣੀ 'ਚੋਂ ਰਸ ਬਣ ਕੇ ਮਿਲਦਾ ਹੈ। ਫਿਰ ਇਸ ਤਰ੍ਹਾਂ ਇਹ ਸਾਰੇ ਇੰਟਰਕਨੈਕਟਡ ਨੇ ਜਿਨ੍ਹਾਂ ਨਾਲ ਮਹਾਰਾਜ ਜੀ ਨੇ ਸਾਡਾ ਜੀਵਨ ਪਵਿੱਤਰ ਬਣਾਉਣ ਦਾ ਮਹਾਨ ਉਪਰਾਲਾ ਸਾਡੀ ਝੋਲੀ ਵਿੱਚ ਪਾਇਆ। ਸਵੇਰੇ ਜਾਗਣਾ ਹੈ ਤੇ ਪਹਿਲੇ ਸੌਣਾ ਪਵੇਗਾ। ਇਸ ਲਈ ਮਹਾਰਾਜ ਜੀ ਦੇ ਸਿੱਖ ਆਰਾਮ ਨਾਲ ਜਲਦੀ ਸੌਂਦੇ ਨੇ ਤੇ ਫਿਰ ਜਾਗੇ ਜਾਮਣ ਜਾਮ ਰਹਾਈ, ਸਵੇਰੇ ਪਹਿਰ ਰਾਤ ਰਹਿੰਦਿਆਂ ਜਾਗਦੇ ਹਨ। ਸੋਚ ਇਸਨਾਨ ਕਰਨ ਸਭ ਲਾਗੇ, ਇਸ ਤਰ੍ਹਾਂ ਸੋਚ ਕਿਰਿਆ ਇਸ਼ਨਾਨ ਆਦਿਕ ਕਰਨ ਲੱਗ ਪਏ। ਪਟਹਿ ਕੰਠ ਤੇ ਸ੍ਰੀ ਗੁਰਬਾਣੀ, ਪਟਹਿ ਕੰਠ ਤੇ ਸ੍ਰੀ ਗੁਰਬਾਣੀ। ਗੁਰਬਾਣੀ ਮਹਾਰਾਜ ਜੀ ਦੀ ਮਿਹਰ ਸਦਕਾ ਯਾਦ ਕੀਤੀ ਹੋਈ ਹੈ, ਕੰਠ ਕੀਤੀ ਹੋਈ। ਇਹ ਵੀ ਸਤਿਗੁਰੂ ਕੋਲੋਂ ਮੰਗਣਾ ਪੈਂਦਾ ਹੈ ਵੀ ਸੱਚੇ ਪਾਤਸ਼ਾਹ ਮੈਨੂੰ ਜਪਜੀ ਸਾਹਿਬ ਯਾਦ ਹੋ ਜਾਏ, ਮੈਨੂੰ ਜਾਪ ਸਾਹਿਬ ਮਹਾਰਾਜ ਯਾਦ ਹੋ ਜਾਏ, ਰਹਿਰਾਸ ਸਾਹਿਬ ਯਾਦ ਹੋ ਜਾਏ। ਕਈ ਦਫਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ
ਤੇ ਗੁਰੂ ਬਖਸ਼ੀਆਂ ਇਹ 5 ਬਾਣੀਆਂ ਹੀ ਯਾਦ ਨਹੀਂ ਆਉਂਦੀਆਂ। ਬੰਦਾ ਹਰ ਵਾਰੀ ਗੁਟਕਾ ਲੱਭਦਾ ਹੈ, ਹਰ ਵਾਰੀ ਕਹਿੰਦਾ ਲੱਭ ਜਾਏ। ਗੁਟਕੇ ਤੋਂ ਪਾਠ ਕਰਨਾ ਮਹਾਨ ਗੱਲ ਹੈ। ਲਗਾ, ਮਾਤਰਾ, ਅੱਖਰ, ਕਰਮ ਸਭ ਦਿਖਾਈ ਪੈਂਦੇ ਨੇ, ਪਰ ਉਹ ਯਾਦ ਵਿੱਚ ਚਲੇ ਜਾਣ, ਉਹ ਵੱਡੀ ਬਰਕਤ ਹੈ। ਨਾਲ ਸਾਡੇ ਅੱਗੇ ਉਹੀ ਬਾਣੀ ਜਾਂਦੀ ਹੈ ਜੋ ਸਾਨੂੰ ਯਾਦ ਹੋਈ ਹੁੰਦੀ, ਤੇ ਚੰਗੀ ਤਰ੍ਹਾਂ ਪੱਕੀ ਯਾਦ ਹੋਈ ਹੁੰਦੀ, ਉਹ ਬਾਣੀ ਸਾਡੇ ਨਾਲ ਜਾਂਦੀ। ਉਹ ਬਾਣੀ ਗੁਰੂ ਸਾਡੇ ਨਾਲ ਜਾਂਦਾ ਹੈ, ਤੇ ਫਿਰ ਸਾਡੀ ਜਿਹੜੀ ਹੈ ਨਾ ਉਹ ਆਤਮਾ ਗੁਰੂ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰਦੀ। ਇਸ ਲਈ ਬਾਣੀ ਯਾਦ ਹੋਵੇ, ਇਹ ਗੁਰੂ ਕੋਲੋਂ ਮੰਗਣਾ ਚਾਹੀਦਾ ਹੈ। ਸਾਰੇ ਕੰਠ ਕੀਤੀ ਹੋਈ ਬਾਣੀ, ਪਟੇ ਕੰਠ ਦੇ ਸ੍ਰੀ ਗੁਰਬਾਣੀ ਪੋਥੀ ਰੱਖ ਕੇ ਨਹੀਂ ਪੜ੍ਹ ਰਹੇ, ਕੰਠ ਦੁਆਰਾ ਯਾਦ ਕੀਤੀ ਹੋਈ ਪੜ੍ਹ ਰਹੇ ਹਨ। ਜਪਜੀ ਸੁਖਮਨ ਆਦ ਮਹਾਨੀ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਆਦਿਕ ਮਹਾਨ ਬਾਣੀਆਂ, ਸ੍ਰੀ ਆਸਾ ਕੀ ਵਾਰ, ਸਿੱਧ ਗੋਸ਼ਟ ਆਦਿਕ ਜੋ ਬਾਣੀਆਂ ਨੂੰ ਪੜ੍ਹਦੇ ਹਨ ਸਾਰੇ। ਆਸਾ ਵਾਰ ਰਬਾਬੀ ਗਾਵੇ। ਤੇ ਫਿਰ ਸੂਰਜ ਚੜ੍ਹਨ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੁੰਦਾ ਹੈ, ਗਾਇਆ ਜਾਂਦਾ ਹੈ। ਰਬਾਬ ਨਾਲ ਸਿੱਖ ਕੀਰਤਨ ਕਰਦੇ ਹਨ। ਭਾਂਤ ਭਾਂਤ ਕੇ ਰਾਗ ਸੁਣਾਵੇ। ਔਰ ਕਈ ਰਾਗ ਤੇ ਰਾਗਾਂ ਦੇ ਗੁਲਦਸਤੇ ਤਿਆਰ ਕਰਕੇ ਉਹ ਜਿਹੜਾ ਮਜਮੂਆ ਤਿਆਰ ਕਰਕੇ ਸੁਣਾਉਂਦੇ ਹਨ। ਸਤਨਾਮ ਕੋ ਹੋਤ ਉਚਾਰ। ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ, ਵਾਹਿਗੁਰੂ ਦਾ ਉਚਾਰਨ ਹੁੰਦਾ ਹੈ, ਜਾਪ ਹੁੰਦਾ ਹੈ। ਸ੍ਰੀ ਕਰਤਾਰ ਕੇਰ ਜੈਕਾਰ। ਫਿਰ ਅਰਦਾਸ ਹੁੰਦੀ ਹੈ, ਸਮਾਪਤੀ ਹੁੰਦੀ ਹੈ, ਤੇ ਫਿਰ ਜੈਕਾਰਾ ਬੁਲਾਇਆ ਜਾਂਦਾ ਕਰਤਾ ਪੁਰਖ ਦਾ। ਆ ਜੋ ਤੁਸੀਂ ਰੋਜ਼ ਬੁਲਾਉਂਦੇ ਹੋ, ਇੱਕ ਵਾਰੀ ਸਾਰੇ ਮਿਲ ਕੇ ਬੁਲਾਓ, ਮੈਨੂੰ ਵੀ ਪਤਾ ਲੱਗ ਜਾਏ ਵੀ ਕੀ ਹੁੰਦਾ ਹੈ ਜੈਕਾਰਾ। ਤੁਸੀਂ ਦੱਸ ਤਾਂ ਦਿੱਤਾ, ਪਰ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਲੱਗਿਆ, ਇੱਕ ਵਾਰੀ ਹੋਰ ਬੁਲਾਓ। ਇਸ ਤਰ੍ਹਾਂ ਇਹ ਬਹੁਤਾ ਹੀ ਪਤਾ ਲੱਗ ਜਾਣਾ। ਇਸ ਤਰ੍ਹਾਂ ਕਰਤਾ ਪੁਰਖ ਦੀ ਜੈ ਜੈਕਾਰ ਹੁੰਦੀ, ਨਾਮ ਜਪਦੇ ਹਨ, ਕੀਰਤਨ ਕਰਦੇ ਹਨ, ਅੰਮ੍ਰਿਤ ਵੇਲੇ ਜਾਗਦੇ ਨੇ, ਇਸ਼ਨਾਨ ਕਰਦੇ ਨੇ, ਤੇ ਇਸ ਤਰ੍ਹਾਂ ਮਹਾਰਾਜ ਜੀ ਦੇ ਜੈਕਾਰੇ ਗਜਾਉਂਦੇ ਹਨ। ਹੋਏ ਅੰਮ੍ਰਿਤ ਵੇਲੇ ਚਿਤ ਸ਼ਾਂਤੀ। ਅੰਮ੍ਰਿਤ ਵੇਲਾ ਇਸ ਲਈ ਮਹਾਨ ਹੈ ਵੀ ਚਿੱਤ ਸ਼ਾਂਤ ਹੁੰਦਾ। ਅੰਮ੍ਰਿਤ ਵੇਲਾ ਇਸ ਲਈ ਵੀ ਮਹਾਨ ਹੈ, ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ 'ਚੋਂ ਬਰਕਤਾਂ ਬਰਸਦੀਆਂ ਨੇ। ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ। ਅੰਮ੍ਰਿਤ ਕਸਤੂਰੀ ਬਰਸਦੀ ਹੈ, ਪਰ ਸਾਧ ਸੰਗਤ ਝੋਲੀ ਤਾਂ ਉਹਨਾਂ ਦੀ ਭਰੇਗੀ ਨਾ ਜਿਨ੍ਹਾਂ ਨੇ ਆਰਾਮ ਕੀਤਾ ਹੋਇਆ, ਸਰੀਰ ਆਰਾਮ ਕਰਕੇ ਹੁਣ ਤਾਜ਼ਾ ਹੋਇਆ। ਤੇ ਜਿਹੜੇ ਨੀਂਦ ਵਿੱਚ ਝੂਟੇ ਲੈਂਦੇ ਉਹਨਾਂ ਵਿਚਾਰਿਆਂ ਨੂੰ ਕੀ ਮਿਲਣਾ। ਇਸ ਲਈ ਸਮੇਂ ਨਾਲ ਆਰਾਮ ਕਰਨਾ ਬਹੁਤ ਜ਼ਰੂਰੀ ਹੈ, ਔਰ ਸਮੇਂ ਨਾਲ ਜਾਗਣਾ ਤੇ ਜਾਪ ਕਰਨਾ ਉਸ ਤੋਂ ਵੀ ਜ਼ਰੂਰੀ ਹੈ। ਪੜਤ ਸੁਨਤ ਮਨ ਬਨਹਿ ਇਕਾਂਤੀ। ਇਸ ਤਰ੍ਹਾਂ ਅੰਮ੍ਰਿਤ ਵੇਲੇ ਸਰੀਰ ਆਰਾਮ ਕਰਕੇ ਬਹੁਤ ਸ਼ਾਂਤੀ ਚਿੱਤ ਵਿੱਚ ਹੁੰਦੀ ਹੈ, ਤੇ ਬਾਣੀ ਪੜ੍ਹਦਿਆਂ ਸੁਣਦਿਆਂ ਇਕਾਗਰਤਾ ਬਣ ਜਾਂਦੀ ਹੈ। ਮਨ ਹੋਏ ਬੇਕੁੰਠ ਗੁਰੂ ਦਰਬਾਰ। ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠਿਆਂ ਇਸ ਤਰ੍ਹਾਂ ਲੱਗਦਾ ਹੈ ਕਿ ਬੈਕੁੰਠ ਵਿੱਚ ਬੈਠੇ ਹੋਏ ਹਾਂ। ਬੈਕੁੰਠ ਹੈ ਵੀ ਇਹੀ ਹੈ, ਬੈਕੁੰਠ ਨਗਰ ਜਹਾਂ ਸੰਤ ਵਾਸਾ। ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਹਨ ਉਹੀ ਬੈਕੁੰਠ ਹੈ। ਹਤੇ ਕਾਮ ਕ੍ਰੋਧਾਦ ਵਿਕਾਰ। ਔਰ ਇਸ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਅਸਰ ਮਨ ਤੇ ਸਤ ਸੰਗਤ ਵਿੱਚ ਬੈਠਿਆ ਨਹੀਂ ਹੁੰਦਾ, ਇਹਨਾਂ ਦਾ ਨਾਸ ਹੋ ਜਾਂਦਾ ਹੈ। ਹੋਰ ਪ੍ਰਕਾਸ਼ ਪਇਓ ਦਿਸ ਬੀਚ। ਔਰ ਇਸ ਤਰ੍ਹਾਂ ਦੇ ਨਾਲ ਫਿਰ ਪੂਰਬ ਵਾਲੇ ਪਾਸੇ ਦਿਨ ਦਾ ਚੜ੍ਹਾਅ ਹੋ ਪਿਆ। ਗਗਨ ਤੁਰੇ ਉਡ ਊਚ ਅਰ ਨੀਚ। ਔਰ ਇਸ ਤਰ੍ਹਾਂ ਦੇ ਨਾਲ ਗਗਨ ਦੇ ਵਿੱਚ ਉੱਚੇ ਨੀਵੇਂ ਪੰਛੀ ਉੱਡ ਰਹੇ ਹਨ। ਆਸਾ ਵਾਰ ਭੋਗ ਕੋ ਪਾਇਓ। ਤੇ ਆ ਜਿਹੜੇ ਉੱਡਗਣ ਸਿਤਾਰੇ ਹਨ ਇਹ ਵੀ ਛੁਪ ਗਏ ਨੇ, ਭਾਵੇਂ ਉੱਚੇ ਮੰਡਲਾਂ ਦੇ ਨੇ, ਭਾਵੇਂ ਥੋੜੇ ਨੀਵੇਂ ਹਨ ਇੱਕ ਦੂਜੇ ਦੇ ਫਰਕ ਨਾਲ। ਉਹ ਸਾਰੇ ਜਿਹੜੇ ਸਿਤਾਰੇ ਨੇ ਉਹ ਵੀ
ਸੁੱਪ ਗਏ ਨੇ, ਦਿਨ ਚੜ ਗਿਆ, ਸਾਧੀਵਾਰ ਦਾ ਭੋਗ ਪਿਆ ਹੈ। ਚਲ ਜੇਠਾ ਸਤਿਗੁਰ ਟਿਕ ਆਇਓ, ਤੇ ਭਾਈ ਜੇਠਾ ਜੀ ਮਹਾਰਾਜ ਜੀਆਂ ਦੇ ਕੋਲ ਪਹੁੰਚੇ ਹਨ। ਹੱਥ ਜੋੜ ਅਰਜ ਗੁਜਾਰੀ, ਹੱਥ ਜੋੜ ਕੇ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ। ਮਹਾਰਾਜ ਘੋਰਾ ਬਲ ਭਾਰੀ, ਸੱਚੇ ਪਾਤਸ਼ਾਹ ਇਹ ਭਾਈ ਜੇਠਾ ਜੀ ਘੋੜਿਆਂ ਦੇ ਸੇਵਕ ਨੇ। ਸੱਚੇ ਪਾਤਸ਼ਾਹ ਬੜਾ ਬਲਵਾਨ, ਭਾਰਾ, ਉੱਚਾ ਤੇ ਲੰਬੀ ਬੇਲ ਵਾਲਾ ਘੋੜਾ ਹੈ। ਰੁਖ ਕਰ ਤ੍ਰਿਣ ਦਾਨਾ ਨਹਿ ਖਾਏ। ਪਰ ਮਹਾਰਾਜ ਸੱਚੇ ਪਾਤਸ਼ਾਹ ਹੈਰਾਨ ਹੋ ਰਿਹਾ ਹਾਂ ਬਈ ਘੋੜਾ ਰੁੱਸਿਆ ਹੋਇਆ, ਨਾ ਘਾਹ ਖਾ ਰਿਹਾ ਨਾ ਦਾਣਾ ਖਾ ਰਿਹਾ ਹੈ, ਘਾਹ ਦਾਣੇ ਵੱਲ ਮੂੰਹ ਨਹੀਂ ਕਰਦਾ। ਬਹੁਤ ਬਿਲੋਚਨ ਤੇ ਜਲ ਜਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਘੋੜਾ ਜਿਹੜਾ ਬਹਾਦਰ ਬਾਬਾ ਬਿਧੀ ਚੰਦ ਜੀ ਲਿਆਏ ਨੇ, ਉਹ ਘੋੜੇ ਦੀਆਂ ਦੋਹਾਂ ਅੱਖਾਂ ਵਿੱਚੋਂ ਜਲ ਧਾਰਾ ਵਗ ਰਹੀ, ਰੋ ਰਿਹਾ ਹੈ। ਖਰੋ ਅਚੰਚਲ ਮਨ ਮੁਰਝਾਇਓ, ਤੇ ਬਹੁਤ ਉਦਾਸ ਹੋ ਕੇ ਖੜਾ, ਮੁਰਝਾਇਆ ਮਨ ਹੈ ਘੋੜੇ। ਸਾਧ ਸੰਗਤ ਧੰਨ ਹੈ ਸਿੱਖ ਜਿਸ ਨੂੰ ਇਤਨੀ ਅੰਦਰੋਂ ਬਾਰੀਕੀ ਹੈ, ਸਮਝ ਹੈ ਕਿ ਕਿਸੇ ਪਸ਼ੂ ਦਾ ਵੀ ਮਨ ਮੁਰਝਾਇਆ ਉਹਨੂੰ ਪਤਾ ਲੱਗਦਾ, ਪਰ ਇੱਕ ਮਨੁੱਖਾਂ ਅਸੀਂ, ਸਾਨੂੰ ਨਹੀਂ ਪਤਾ। ਅਸੀਂ ਆਪਣੇ ਬੋਲਾਂ ਰਾਹੀਂ ਕਿੰਨਿਆਂ ਦਾ ਮਨ ਖੇਦਿਤ ਕਰ ਦਿੰਦੇ ਹਾਂ, ਕਿਤਨਿਆਂ ਦਾ ਅਪਮਾਨ ਕਰਦੇ ਹਾਂ, ਤੇ ਫਿਰ ਸਾਨੂੰ ਪਤਾ ਨਹੀਂ ਚੱਲਦਾ। ਸਾਡੇ ਸਾਹਮਣੇ ਅਗਲਾ ਦੁੱਖ ਵਿੱਚ ਤੜਪ ਰਿਹਾ ਹੁੰਦਾ ਹੈ ਤੇ ਸਾਨੂੰ ਪਤਾ ਨਹੀਂ ਚੱਲਦਾ, ਫਿਰ ਉਹ ਪਸ਼ੂ ਹੋਇਆ ਕਿ ਅਸੀਂ ਪਸ਼ੂ ਹੋਏ। ਪਰ ਧੰਨ ਨੇ ਭਾਈ ਜੇਠਾ ਜੀ ਜਿਹੜੇ ਘੋੜੇ ਦੇ ਮਨ ਦੀ ਵੀ ਸਮਝ ਰਹੇ ਹਨ। ਜਾਣਿਓ ਜਾਏ ਨਾ ਕਿਮ ਨਿਬਲਾਇਓ, ਸੱਚੇ ਪਾਤਸ਼ਾਹ ਮੇਰੀ ਸਮਝ ਨਹੀਂ ਆ ਰਹੀ ਬਈ ਕਿਉਂ ਘੋੜਾ ਕਮਜ਼ੋਰ ਹੋ ਰਿਹਾ ਹੈ। ਸੇਵਤ ਰਹਿਓ ਦੀਪ ਨਿਸਬਾਰੇ। ਸੱਚੇ ਪਾਤਸ਼ਾਹ ਮੈਂ ਰਾਤ ਦੀਵਾ ਜਗਾ ਕੇ ਸੇਵਾ ਕਰਦਾ ਰਿਹਾ ਬਈ ਘੋੜਾ ਦੂਰੋਂ ਆਇਆ, ਥੱਕਿਆ ਆਇਆ, ਉੱਚੇ ਕਿਲੇ ਦੀ ਉੱਚੀ ਦੀਵਾਰ ਤੋਂ ਗਹਿਰੇ ਦਰਿਆ ਵਿੱਚ ਛਲਾਂਗ ਲਗਾਈ ਹੈ, ਕੋਈ ਇਹਦੇ ਅੰਗਾਂ ਨੂੰ, ਚਰਨਾਂ ਨੂੰ, ਗੋਡਿਆਂ ਨੂੰ ਕਸ਼ਟ ਨਾ ਪਹੁੰਚਿਆ, ਇਸ ਕਰਕੇ ਸ਼ਾਇਦ ਪੀੜਾ ਹੈ। ਮੈਂ ਦਿਨ ਰਾਤ ਸੇਵਾ ਕਰ ਰਿਹਾ ਹਾਂ, ਨਹੀਂ ਨਿਹਾਰੀ ਕੋ ਮੁਖ ਧਾਰੇ। ਔਰ ਇਸ ਤਰ੍ਹਾਂ ਦੇ ਨਾਲ ਹਰਾ ਹਰਾ ਘਾਹ ਵੀ ਮੈਂ ਪਾਉਂਦਾ ਹਾਂ, ਨਿਹਾਰੀ ਨੂੰ ਵੀ ਮੂੰਹ ਨਹੀਂ ਲਾਉਂਦਾ। ਸਰਮਤ ਹੂ ਤੋ ਮਾਲਸ ਬਹੁ ਕੀਨ। ਮਹਾਰਾਜ ਘੋੜਾ ਥੱਕਿਆ ਜਾਣ ਕੇ ਮੈਂ ਮਾਲਿਸ਼ ਵੀ ਬੜੀ ਕੀਤੀ। ਇਹ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਪ੍ਰਸੰਗ ਚੱਲ ਰਿਹਾ ਹੈ ਨਾ, ਤੇ ਉਹਨਾਂ ਦੀ ਵੰਸ਼ ਵੀ ਚੱਲਦੀ ਹੈ। ਇਸ ਵੇਲੇ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਅਵਤਾਰ ਸਿੰਘ ਜੀ, ਸੁਰ ਸਿੰਘ ਬਿਧੀ ਚੰਦ ਵਾਲੇ ਮਹਾਂਪੁਰਖ, ਉਹਨਾਂ ਦੇ ਅੱਗੋਂ ਉਹ ਪੀੜ੍ਹੀ ਚੱਲਦੀ ਪਈ। ਸੰਤ ਬਾਬਾ ਦਇਆ ਸਿੰਘ ਜੀ ਸਨ, ਬ੍ਰਹਮ ਗਿਆਨੀ ਆਤਮਾ, ਦਇਆ ਦਾ ਸਾਗਰ ਉਹਨਾਂ ਦਾ ਹਿਰਦਾ ਸੀ। ਇਹ ਸਾਰੇ ਉਹਨਾਂ ਦੀ ਪੀੜ੍ਹੀ ਵਿੱਚੋਂ ਚੱਲਦੇ ਆ ਰਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਹਾਦਰ ਬਿਧੀ ਚੰਦ ਘੋੜੇ ਨੂੰ ਸੇਵਾ ਵੀ ਕਰਦੇ ਨੇ, ਲੈ ਕੇ ਵੀ ਆਏ, ਔਰ ਇਹ ਭਾਈ ਜੋਧ ਜੀ ਵੀ ਬਹੁਤ ਸੇਵਾ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜੀ ਮਾਲਿਸ਼ ਕੀਤੀ। ਘੋੜਿਆਂ ਦੀ ਸੇਵਾ ਤੁਸੀਂ ਪੁੱਛਣੀ ਹੋਵੇ ਨਾ ਤੇ ਸੰਤ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਵਾਲਿਆਂ ਤੋਂ ਪੁੱਛ ਸਕਦੇ। ਦਲ ਬਾਬਾ ਬਿਧੀ ਚੰਦ ਉਹ ਬੱਚਿਆਂ ਨਾਲੋਂ ਵੱਧ ਘੋੜਿਆਂ ਦੀ ਪਾਲਣਾ ਕਰਦੇ। ਤੇ ਘੋੜੇ ਤੇ ਮੈਂ ਇੱਕ ਨਿਹੰਗ ਸਿੰਘ ਜੀ ਨੂੰ ਦੇਖਿਆ, ਉਹ ਸਵਾਰ ਹੋਣ ਲੱਗਿਆ ਨਾ, ਪਹਿਲੇ ਘੋੜੇ ਦੇ ਚਰਨੀ ਹੱਥ ਲਾਇਆ। ਤੇ ਮੈਂ ਉਹਨਾਂ ਨੂੰ ਬਾਅਦ 'ਚ ਪੁੱਛਿਆ, ਮੈਂ ਕਿਹਾ ਬਾਬਾ ਜੀ ਤੁਸੀਂ ਘੋੜੇ ਦੇ ਪੈਰੀਂ ਹੱਥ ਲਾਉਂਦੇ ਪਏ ਹੋ? ਆਖਣ ਲੱਗੇ ਘੋੜਾ ਸਤਿਗੁਰੂ ਜੀ ਦਾ ਘੋੜਾ ਹੈ, ਇਸ ਲਈ ਇਹਦੇ ਵੀ ਚਰਨੀ ਹੱਥ ਲਾ ਰਹੇ ਹਾਂ। ਸਾਨੂੰ ਸੇਵਾ ਲਈ ਮਿਲਿਆ ਹੋਇਆ, ਘੋੜੇ ਨੂੰ ਗੁਰੂ ਦਾ ਬਖਸ਼ਿਆ ਹੋਇਆ ਸਮਝ ਕੇ ਘੋੜਿਆਂ ਦੀ ਸੇਵਾ ਕਰਨੀ, ਪਾਲਣਾ ਕਰਨੀ, ਉਹਨਾਂ ਨੂੰ ਸੰਭਾਲਣਾ। ਆਪਣੇ ਬੱਚਿਆਂ ਨਾਲੋਂ ਵੀ ਵੱਧ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ। ਹੋਰ ਨਿਹੰਗ ਸਿੰਘ ਫੌਜਾਂ ਨੇ, ਬੁੱਢਾ ਦਲ ਹੈ ਸਨਮਾਨਯੋਗ, ਤਰਨਾ ਦਲ ਹੈ, ਹਰੀਆਂ ਵੇਲਾਂ ਵਾਲੇ ਹਨ, ਇਤਿਆਦਕ। ਇਹ ਪਿੱਛੇ ਜੇ ਤੁਸੀਂ ਬਾਬਾ ਪਾਲਾ ਜੀ ਸੁਣੇ, ਬਾਬਾ ਬਕਾਲਾ ਵਾਲੇ, ਗਊਆਂ ਦੀ ਸੇਵਾ ਆਪਣੀਆਂ ਸਮਝ ਕੇ ਨਹੀਂ, ਗੁਰੂ ਦੀਆਂ ਸਮਝ ਕੇ। ਤਾਂ ਸਾਧ ਸੰਗਤ ਇਸ ਸੇਵਾ ਨਾਲ ਜੁੜੇ ਹੋਏ, ਨਿਵਾਜੇ ਹੋਏ ਹਿਰਦੇ ਹਨ। ਇਸ ਤਰ੍ਹਾਂ ਭਾਈ ਜੋਧ ਜੀ ਸੇਵਾ ਕਰ ਰਹੇ ਹਨ। ਫੇਰਤ ਹਾਥ ਦਿਲਾਸਾ ਦੀਨ। ਮਹਾਰਾਜ ਸੱਚੇ ਪਾਤਸ਼ਾਹ ਮੈਂ ਹੱਥ ਵੀ ਬੜਾ ਫੇਰਿਆ, ਦਿਲਾਸਾ ਵੀ ਦਿੱਤਾ ਹੈ, ਪਰ ਲਿਓ ਆਪ ਸੁਧ ਫੇਰੋ ਹੱਥ। ਮਹਾਰਾਜ ਘੋੜਾ ਘਾਹ ਦਾਣਾ ਨਹੀਂ ਖਾ ਰਿਹਾ, ਆਪ ਕਿਰਪਾ ਕਰੋ।
ਤੇ ਘੋੜੇ ਤੇ ਹੱਥ ਫੇਰੋ। ਕਿਰਪਾ ਧਾਰ ਤੇ ਕਰੋ ਸਨਾਥ। ਮਹਾਰਾਜ ਮਿਹਰ ਕਰਕੇ ਉਸ ਨੂੰ ਸਨਾਤ ਕਰ ਦਿਓ। ਸੁਨ ਕਰ ਜੋਧ ਸਾਹੋ ਤਬ ਬੋਲਾ। ਇਸ ਤਰ੍ਹਾਂ ਜੋਧ ਸ਼ਾਹ ਉਦੋਂ ਬੋਲਿਆ ਹੈ। ਦੋ ਦਿਨ ਬੀਤੇ ਥਾਨ ਤੇ ਖੋਲਾ। ਮਹਾਰਾਜ ਸੱਚੇ ਪਾਤਸ਼ਾਹ 2 ਦਿਨ ਹੋਏ ਹਨ, ਖੋਲਿਆ ਵੀ ਸੀ। ਮਜਲ ਵਿਸਾਲ ਪਹਿਲ ਹੀ ਆਇਓ। ਔਰ ਇਸ ਤਰ੍ਹਾਂ ਦੇ ਨਾਲ ਮਜਲ ਵਿਸਾਲ ਪਹਿਲ ਹੀ ਆਏ। ਫਿਰ ਮੈਂ ਸੋਚਿਆ ਵੀ ਬੜੀ ਵੱਡੀ ਮੰਜ਼ਲ ਤੈਅ ਕਰਕੇ ਪਹਿਲਾਂ ਹੀ ਆਇਆ ਹੈ। ਹੋਇਓ ਸਰਮਤੀਆਂ ਤੇ ਮੁਰਝਾਇਓ। ਤੇ ਥੱਕ ਗਿਆ, ਇਸ ਲਈ ਘੋੜਾ ਉਦਾਸ ਹੈ। ਸ੍ਰੀ ਹਰਿ ਗੋਬਿੰਦ ਚੰਦ ਬਖਾਨਾ। ਤੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਫਰਮਾਇਆ ਹੈ। ਸੁਨਹੁ ਜੋਧ ਇਮ ਪਰੈ ਪਛਾਨਾ। ਆਖਣ ਲੱਗੇ ਭਾਈ ਜੋਧ ਜੀ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਬਿਲੋਚਨ ਤੇ ਬਹਿਬਾਰੀ। ਜੇ ਉਹਦੇ ਨੈਣਾਂ ਚੋਂ ਬਹੁਤ ਜਲ ਬਰਸ ਰਿਹਾ ਹੈ, ਭਾਵ ਰੋ ਰਿਹਾ ਹੈ। ਉਰ ਪੀਰਾ ਜਨ ਵਹਿਰ ਪਸਾਰੀ। ਉਹ ਆਪਣੇ ਹਿਰਦੇ ਦੀ ਵੇਦਨਾ ਬਾਹਰ ਪ੍ਰਗਟ ਕਰ ਰਿਹਾ ਹੈ। ਹੋਇਓ ਹੋਏ ਗੋ ਬ੍ਰਿਹ ਇਸ ਤਾਈ। ਮਹਾਰਾਜ ਮੇਰੀਆਂ ਪੀਰੀਆਂ ਦੇ ਦਾਤੇ ਕਹਿਣ ਲੱਗੇ ਹੋਰ ਕੁਝ ਨਹੀਂ ਹੋਇਆ, ਇਹਦਾ ਮਨ ਬਿਰਹੋ ਗ੍ਰਸਤ ਹੈ, ਇਹਨੂੰ ਕਿਸੇ ਦਾ ਵਿਛੋੜਾ ਪਿਆ ਹੋਇਆ ਹੈ। ਜਿਸ ਟਿਗ ਰਹਿਤ ਸਮੀਪ ਸਦਾਈ। ਔਰ ਇਸ ਕਰਕੇ ਇਹਦੇ ਘੋੜੇ ਨੂੰ ਜਿਹੜਾ ਹਿਰਦੇ ਨੂੰ ਵਿਛੋੜਾ ਹੋਇਆ, ਇਹ ਕਿਸੇ ਘੋੜੇ ਦੇ ਨਾਲ ਰਹਿੰਦਾ ਹੋਵੇਗਾ, ਇਹਦਾ ਕੋਈ ਸਾਥੀ ਹੋਵੇਗਾ, ਉਹਦਾ ਵਿਛੋੜਾ ਇਹਦੇ ਕੋਲ ਸਹਿ ਹੋ ਰਿਹਾ, ਤਾਂ ਦਾਣਾ ਨਹੀਂ ਖਾ ਰਿਹਾ, ਤਾਂ ਘਾਹ ਨਹੀਂ ਖਾ ਰਿਹਾ, ਤਾਂ ਰੋ ਰਿਹਾ ਹੈ। ਹੁਣ ਅਗਲੀ ਵਿਚਾਰ ਜਿਹੜੀ ਹੈ ਵਕਤ ਦਾ ਤਕਾਜ਼ਾ ਹੈ, ਆਪ ਕੱਲ ਸਰਵਣ ਕਰੋਗੇ ਕਿ ਮਹਾਰਾਜ ਜੀ ਨੇ ਜੋ ਬਚਨ ਆਖੇ ਉਹ ਕਿਸ ਤਰ੍ਹਾਂ ਸੱਚ ਹੋਏ। ਮਹਾਰਾਜ ਤੇ ਸਭ ਦੇ ਅੰਦਰ ਦੀ ਜਾਣਦੇ ਨੇ, ਮਨੁੱਖਾਂ ਦੇ ਹੀ ਨਹੀਂ ਪਸ਼ੂਆਂ ਦੇ ਅੰਦਰ ਦੀ ਵੀ ਜਾਣਦੇ ਨੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਪਾਤਸ਼ਾਹ ਜੀ ਦੇ ਜੋ ਅੰਮ੍ਰਿਤ ਬਚਨ ਵਾਕ ਹਨ, ਬਾਕੀ ਵਿਚਾਰ ਕੱਲ ਆਪ ਸਰਵਣ ਕਰੋਗੇ। ਸਭ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਕੋਟਾਨ ਕੋਟ ਮੁਬਾਰਕਾਂ ਬੜੀ ਇਕਾਗਰਤਾ ਨਾਲ ਆਪ ਨੇ ਸਰਵਣ ਕੀਤਾ ਹੈ। ਅੱਜ ਸਵੇਰੇ ਨਵੀਂ ਬਣੀ ਕਮੇਟੀ ਦਾ ਪਹਿਲਾ ਇਜਲਾਸ ਵੀ ਸੀ, ਜਿਸ ਵਿੱਚ ਸਾਰੇ ਮੈਂਬਰ ਸਾਹਿਬਾਨ ਲਗਭਗ ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਹਿੱਤ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਮਹਾ ਸਚਿਵ ਜੀ, ਭਾਈ ਲਖਵਿੰਦਰ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਅਤੇ ਮੀਤ ਪ੍ਰਧਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਇਸੇ ਤਰ੍ਹਾਂ ਭਾਈ ਜਗਜੋਤ ਸਿੰਘ ਜੀ ਸੋਹੀ ਸੀਨੀਅਰ ਮੀਤ ਪ੍ਰਧਾਨ, ਸਰਦਾਰ ਹਰਬੰਸ ਸਿੰਘ ਜੀ ਖਨੂਜਾ ਜੁਆਇੰਟ ਸਕੱਤਰ, ਡਾਕਟਰ ਚਰਨਜੀਤ ਸਿੰਘ ਜੀ ਸਲਾਹਕਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਅਤੇ ਹੋਰ ਵੀ ਬਹੁਤ ਸਾਰੀਆਂ ਵਿਭੂਤੀਆਂ, ਭਾਈ ਮਨੋਹਰ ਸਿੰਘ ਜੀ ਬੱਗਾ ਇਤਿਆਦਿਕ ਸ਼ਾਮਲ ਹੋਏ। ਕਾਫੀ ਸਾਰੇ ਨਿਰਣੇ ਜਿਹੜੇ ਨੇ ਉਹ ਅੱਜ ਲਏ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਆਪ ਸਾਰੇ ਸਿੱਖ ਪੰਥ ਨੇ ਮਿਲ ਕੇ ਇੱਕ ਪਹਿਲੀ ਵਾਰੀ ਤਖਤ ਪਟਨਾ ਸਾਹਿਬ ਵਿਖੇ ਹੋਣ ਜਾ ਰਿਹਾ ਹੈ। ਹਰ ਵਾਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਨ ਮਨਾਇਆ ਜਾਂਦਾ, ਹਰ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੋਹ ਸੁਦੀ 7ਵੀਂ ਦਿਵਸ ਆਗਮਨ ਦਿਹਾੜਾ ਮਨਾਇਆ ਜਾਂਦਾ ਹੈ, ਪਰ ਵੱਖਰੇ ਵੱਖਰੇ ਟਾਈਮ। ਇਸ ਵਾਰੀ ਪਹਿਲੀ ਦਫਾ ਸਾਰੇ ਪੂਰਬ ਦੀਆਂ ਸਿੱਖ ਸੰਗਤਾਂ ਮਿਲ ਕੇ, ਬਲਕਿ ਵਿਸ਼ਵ ਦੀਆਂ ਸਿੱਖ ਸੰਗਤਾਂ ਮਿਲ ਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪਿਤਾ ਪੁੱਤਰ ਦਾ ਇਕੱਠਾ ਜਨਮ ਦਿਨ ਮਨਾ ਰਹੇ। ਸਤਿ ਸ੍ਰੀ ਅਕਾਲ। ਐਨਾ ਵੱਡੀ ਗੱਲ ਹੋਵੇ ਤੇ ਜਕਾਰਾ ਮੱਧਮ ਜਿਹਾ ਆਵੇ, ਸਵਾਦ ਨਹੀਂ ਆਉਂਦਾ। ਪਹਿਲੇ 3 ਜਨਵਰੀ ਤੋਂ 6 ਜਨਵਰੀ ਤੱਕ ਗੁਰੂ ਤੇਗ ਬਹਾਦਰ ਜੀ ਦਾ ਆਮ ਪ੍ਰਕਾਸ਼ ਦਿਹਾੜਾ ਨਹੀਂ, 400 ਸਾਲਾ ਸਾਡੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਸੁਭਾਗ ਪ੍ਰਾਪਤ ਹੈ। ਦੁਬਾਰੇ ਸਾਨੂੰ ਨਹੀਂ ਮਿਲਣਾ, ਸਾਡਾ ਜੀਵਨ ਇਤਨੀ ਦੇਰ ਤੱਕ ਨਹੀਂ ਰਹਿਣਾ। ਉਹ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ, ਧਰਮ ਰਕਸ਼ਕ, ਤਿਲਕ ਜੰਜੂ ਰਾਖਾ ਪ੍ਰਭ ਤਾਕਾ,
ਕਿਨੋ ਵੱਡੋ ਕਲੂ ਮੈਂ ਸਾਕਾ। ਬਹੁਤ ਵੱਡੇ ਵੱਡੇ ਨਾਮਵਰ ਕੀਰਤਨੀਏ, ਪ੍ਰਚਾਰਕ, ਢਾਡੀ, ਕਵੀਸ਼ਰ ਤੇ ਨਾਮ ਜਪਣ ਵਾਲੀਆਂ ਮਹਾਨ ਵਿਭੂਤੀਆਂ, ਮਹਾਂਪੁਰਸ਼ ਸੰਗਤਾਂ ਸਭ ਪਹੁੰਚ ਰਹੀਆਂ ਨੇ ਵੱਡੇ ਪੱਧਰ 'ਤੇ। ਔਰ ਫਿਰ 6 ਤੋਂ 9 ਜਨਵਰੀ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ। ਤੁਸੀਂ ਸਾਰਿਆਂ ਨੇ ਇੱਕ ਹਫ਼ਤਾ ਟਾਈਮ ਹੁਣ ਤੋਂ ਹੀ ਬਣਾ ਲਓ। ਆਪਣੀਆਂ ਕਿਨੇ ਟ੍ਰੇਨਾਂ 'ਤੇ ਆਉਣਾ, ਫਲਾਈਟਾਂ 'ਤੇ ਆਉਣਾ, ਆਪਣੀਆਂ ਗੱਡੀਆਂ 'ਤੇ ਆਉਣਾ। ਪਾਰਕਿੰਗ ਦਾ ਵੀ ਬੜਾ ਵੱਡਾ ਪ੍ਰਬੰਧ ਹੈ, ਰਿਹਾਇਸ਼ਾਂ ਦਾ ਵੀ ਬੜਾ ਵੱਡਾ ਪ੍ਰਬੰਧ ਹੈ, ਲੰਗਰਾਂ ਦਾ ਵੀ ਗੁਰੂ ਮੇਹਰ ਸਦਕਾ ਬੜਾ ਵੱਡਾ ਪ੍ਰਬੰਧ ਹੈ। ਬਹੁਤ ਸਾਰੇ ਮਹਾਂਪੁਰਖ ਲੰਗਰਾਂ ਦੀ ਸੇਵਾ ਕਰਨ ਲਈ ਪਹੁੰਚ ਰਹੇ ਹਨ। ਹੁਣ ਤੋਂ ਹੀ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਰੰਭ ਦਿੱਤੀਆਂ ਗਈਆਂ ਨੇ। ਹੋਰ ਵੀ ਕਈ ਮਸਲੇ ਸਨ ਜਿਨ੍ਹਾਂ 'ਤੇ ਅੱਜ ਵਿਚਾਰ ਹੋਈ ਹੈ। ਮਹਾਰਾਜ ਆਪਣੇ ਸੇਵਕਾਂ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਸੇਵਾ ਦੀ ਤੌਫੀਕ ਬਖਸ਼ਣ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਨਾਮ ਹੋਰ ਦੁਨੀਆ ਤੱਕ ਪਹੁੰਚੇ, ਬਲਕਿ ਸਿਤਾਰਿਆਂ ਤੱਕ ਪਹੁੰਚੇ ਅਤੇ ਸਾਰੇ ਸਿਤਾਰੇ ਵੀ ਸਜਦਾ ਕਰਨ ਆ ਜਾਣ। ਇਤਨੀ ਮਹਾਰਾਜ ਦੀ ਬਖਸ਼ਿਸ਼ ਵਰਤੇ। ਤੁਸੀਂ ਸਾਰਿਆਂ ਨੇ ਮਨ ਬਣਾ ਕੇ ਰੱਖਣਾ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਅਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹਿ ਜਾਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।